ਸਤਿ ਸ੍ਰੀ ਅਕਾਲ ਬੇਟਾ ਜੀ। ਅੱਜ ਅਸੀਂ ਆਪਣੀ ਜਰਨੀ ਕੰਪਲੀਟ ਕਰਨੀ ਹੈ ਪੀਰੀਓਡਿਕ ਟੇਬਲ ਦੀ ਫਾਈਨਲ ਕਲਾਸੀਫਿਕੇਸ਼ਨ, ਯਾਨੀ ਕਿ ਮਾਡਰਨ ਪੀਰੀਓਡਿਕ ਟੇਬਲ ਜਿਹੜਾ ਸਾਡੇ ਕੋਲ ਹੈਗਾ ਉਹਦੇ 'ਚ ਅਸੀਂ ਚਰਚਾ ਕਰਨੀ ਹੈ। ਪਰ ਅਸੀਂ ਪਿਛਲੇ ਵੀਡੀਓ ਦਾ ਥੋੜਾ ਜਿਹਾ ਰਿਵਾਈਜ਼ ਕਰਾਂਗੇ। ਪਿਛਲੇ ਵੀਡੀਓ 'ਚ ਅਸੀਂ ਕੱਢੀ ਸੀ ਗਲਤੀ ਮੈਂਡਲੀਵ ਦੀ, ਲਿਮਿਟੇਸ਼ਨਸ ਉਹਦੀ ਵੇਖੀਆਂ ਸੀਗੀਆਂ। ਭਾਵੇਂ ਡੋਬਰੇਨਰ ਹੋਏ, ਨਿਊਲੈਂਡਸ ਹੋਏ ਜਾਂ ਮੈਂਡਲੀਵ ਹੋਏ, ਇਹਨਾਂ ਨੇ ਸਾਰਿਆਂ ਨੇ ਜਿਹੜੀ ਬੇਸਿਕ ਪ੍ਰੋਪਰਟੀ ਕਲਾਸੀਫਿਕੇਸ਼ਨ ਦੀ ਰੱਖੀ ਸੀਗੀ ਉਹ ਰੱਖੀ ਸੀ ਐਟੋਮਿਕ ਮਾਸ। ਹੁਣ ਇਹਨਾਂ ਦੇ ਸਾਰਿਆਂ ਦੇ ਪੀਰੀਓਡਿਕ ਟੇਬਲ ਦੀ ਕਮੀਆਂ ਅਸੀਂ ਵੇਖ ਚੁੱਕੇ ਹਾਂ, ਲਿਮਿਟੇਸ਼ਨ ਅਸੀਂ ਵੇਖ ਚੁੱਕੇ ਹਾਂ। ਬਟ ਇਹਨਾਂ ਦੀ ਬੇਸਿਕ ਚੀਜ਼ ਕੀ ਗਲਤ ਸੀ, ਐਸਾ ਕੀ ਗਲਤ ਹੋ ਰਿਹਾ ਸੀ ਕਿ ਮੈਂ ਇਹਨਾਂ ਦਾ ਟੇਬਲ ਜਿਹੜਾ ਹੈਗਾ ਅਸੀਂ ਹੁਣ ਅੱਜ ਦੀ ਡੇਟ 'ਚ ਨਹੀਂ ਪੜ੍ਹ ਰਹੇ। ਕੀ ਗਲਤੀ ਕਰ ਰਹੇ ਸੀ ਇਹ ਸਾਰੇ ਤਿੰਨੋਂ ਦੇ ਤਿੰਨ? ਯੈਸ, ਜਿਹੜਾ ਅਸੀਂ ਤਿੰਨੋਂ ਚੀਜ਼ ਅਸੀਂ ਸਮਝਿਆ ਸੀ, ਤਿੰਨੋਂ ਇੱਕੋ ਚੀਜ਼ ਲੈ ਰਹੇ ਨੇ, ਐਟੋਮਿਕ ਮਾਸ ਨੂੰ ਬੇਸਿਕ ਪ੍ਰੋਪਰਟੀ ਸਮਝ ਰਹੇ ਹਨ। ਯਾਨੀ ਕਿ ਜਿਹੜੀ ਕਲਾਸੀਫਿਕੇਸ਼ਨ ਹੈ ਉਹ ਐਟੋਮਿਕ ਮਾਸ ਦੇ ਹਿਸਾਬ ਨਾਲ ਹੋ ਰਹੀ ਹੈ, ਭਾਰ ਦੇ ਹਿਸਾਬ ਨਾਲ ਇੱਕ ਤਰ੍ਹਾਂ ਕਹਿ ਸਕਦੇ ਹੋ ਰਹੀ ਹੈ। ਇਹੀ ਸਭ ਤੋਂ ਵੱਡੀ ਇਹਨਾਂ ਦੀ ਪ੍ਰੋਬਲਮ ਸੀਗੀ, ਲਿਮਿਟੇਸ਼ਨ ਸੀਗੀ। ਹੁਣ ਇਸ ਪ੍ਰੋਬਲਮ ਨੂੰ ਕਿੱਦਾਂ ਸੋਲਵ ਕੀਤਾ ਤਾਂ ਇੱਕ ਹੋਰ ਸਵਾਲ ਸਾਡੇ ਕੋਲ ਦਿਮਾਗ 'ਚ ਪੈਦਾ ਹੁੰਦਾ ਹੈ ਕਿ ਮੈਂਡਲੀਵ ਨੂੰ ਇਹ ਪਤਾ ਨਹੀਂ ਸੀਗਾ, ਕਿਉਂਕਿ ਮੈਂਡਲੀਵ ਨੂੰ ਤਾਂ ਜੀਨੀਅਸ ਕਿਹਾ ਜਾਂਦਾ ਹੈ। ਥੋੜਾ ਜਿਹਾ ਅੰਦਾਜ਼ਾ ਤਾਂ ਉਹਨੂੰ ਸੀਗਾ, ਕਿਉਂਕਿ ਕੁਝ ਚੀਜ਼ਾਂ ਉਹਨੇ ਵੇਖੀਆਂ ਕਿ ਐਟੋਮਿਕ ਮਾਸ ਦੇ ਹਿਸਾਬ ਨਾਲ, ਇੰਕਰੀਜ਼ਿੰਗ ਐਟੋਮਿਕ ਮਾਸ ਦੇ ਹਿਸਾਬ ਨਾਲ ਨਹੀਂ ਚੱਲ ਰਹੀ ਹੈ। ਫੋਰ ਐਗਜ਼ਾਮਪਲ, ਜੇ ਤੁਸੀਂ ਉਹਦੇ ਟੇਬਲ 'ਚ ਕੋਬਾਲਟ ਤੇ ਨਿਕਲ ਦੀ ਪੋਜੀਸ਼ਨ ਵੇਖੋ ਤਾਂ ਤੁਹਾਨੂੰ ਸਮਝ ਆਏਗਾ ਮੈਂ ਕੀ ਕਹਿਣਾ ਚਾਹੁੰਦਾ ਹਾਂ। ਇਹ ਰਿਹਾ ਮੈਂਡਲੀਵ ਦਾ ਪੀਰੀਓਡਿਕ ਟੇਬਲ। ਹੁਣ ਇੱਥੇ ਦੇਖੋ ਕੋਬਾਲਟ ਐਂਡ ਨਿਕਲ, ਕੋਬਾਲਟ ਐਂਡ ਨਿਕਲ। ਹੁਣ ਸਾਨੂੰ ਪਤਾ ਹੈ ਸਾਰਿਆਂ ਨੇ ਐਟੋਮਿਕ ਮਾਸ ਇੰਕਰੀਜ਼ ਰੱਖੇ ਹੋਏ ਹਨ। ਇੱਥੋਂ ਦੇਖੋ ਲੀਥੀਅਮ ਤੋਂ ਬੈਰੀਲੀਅਮ, ਇਹ ਦੇਖੋ ਸਾਰੇ ਐਟੋਮਿਕ ਮਾਸ ਇੰਕਰੀਜ਼ ਹੋ ਰਹੇ ਨੇ, ਕਿਉਂਕਿ ਬੇਸਿਕ ਪ੍ਰੋਪਰਟੀ ਇਹਨਾਂ ਨੇ ਕੀ ਮੰਨੀ ਕਿ ਅਸੀਂ ਕਲਾਸੀਫਾਈ ਕਰਾਂਗੇ, ਗਰੁੱਪ ਕਰਾਂਗੇ ਕਿਸ ਹਿਸਾਬ ਨਾਲ, ਐਟੋਮਿਕ ਮਾਸ ਦੇ ਇੰਕਰੀਜ਼ਿੰਗ ਆਰਡਰ 'ਚ। ਹੁਣ ਇਸ ਹਿਸਾਬ ਨਾਲ ਹਾਲੇ ਤੱਕ ਬਿਲਕੁਲ ਠੀਕ ਚੱਲਦੀ ਪਈ ਹੈ ਗੱਲ, ਹਰ ਇੱਕ ਚੀਜ਼ ਜਿਹੜੀ ਹੈ ਇੰਕਰੀਜ਼ਿੰਗ ਹੁੰਦੀ ਪਈ ਹੈ। ਬਟ ਕੋਬਾਲਟ ਤੇ ਨਿਕਲ ਤੇ ਕੀ ਹੁੰਦਾ ਹੈ, ਥੋੜਾ ਕੋਬਾਲਟ ਦਾ ਜਿਹੜਾ ਮਾਸ ਹੈ ਐਟੋਮਿਕ ਮਾਸ ਤੇ ਧਿਆਨ ਰੱਖੋ, 58.93। ਹੁਣ ਨਿਕਲ ਜਿਹੜਾ ਅਗਲਾ ਐਲੀਮੈਂਟ ਇਹਨੇ ਰੱਖਿਆ ਹੈ ਉਹ ਹੈ 58 ਇਹ ਤਾਂ ਵੱਧ ਹੋਣਾ ਚਾਹੀਦਾ ਨਾ 93 ਤੋਂ, ਉਹ ਇਹ ਤਾਂ ਘੱਟ ਆ, ਇਹਨੂੰ ਤੇ ਵਧਣਾ ਚਾਹੀਦਾ, ਕਿਉਂਕਿ ਸਾਨੂੰ ਪਤਾ ਹੈ ਅਸੀਂ ਐਲੀਮੈਂਟ ਜਿਹੜੇ ਰੱਖੇ ਆ ਮੈਂਡਲੀਵ ਟੇਬਲ 'ਚ ਉਹ ਤਾਂ ਇੰਕਰੀਜ਼ਿੰਗ ਆਰਡਰ ਆਫ ਮਾਸਿਸ, ਐਟੋਮਿਕ ਮਾਸ ਦੇ ਹਿਸਾਬ ਨਾਲ ਹੋਣਾ ਚਾਹੀਦਾ। ਇੱਥੇ ਪੂਰੇ ਟੇਬਲ ਤੋਂ ਲਾਦਾ ਹੋ ਗਿਆ, ਯਾਨੀ ਕਿ ਇਹਨੂੰ ਵੀ ਪਤਾ ਸੀਗਾ ਇਹ ਇੱਥੇ ਫਿੱਟ ਨਹੀਂ ਹੋ ਰਹੀ, ਐਟੋਮਿਕ ਮਾਸ ਚੱਲਦਾ ਨਹੀਂ ਪਿਆ। ਐਟੋਮਿਕ ਮਾਸ ਇੰਕਰੀਜ਼ਿੰਗ ਦਾ ਆਰਡਰ ਜਿਹੜਾ ਅਸੀਂ ਲੈਂਦੇ ਪਏ ਹਾਂ, ਜਿਹੜੇ ਐਟੋਮਿਕ ਮਾਸ ਨੂੰ ਬੇਸਿਕ ਪ੍ਰੋਪਰਟੀ ਸਮਝ ਰਹੇ ਹਾਂ, ਉਹ ਫਿੱਟ ਨਹੀਂ ਹੋ ਰਿਹਾ। ਪਰ ਫਿਰ ਵੀ ਉਹਨੇ ਕੋਬਾਲਟ ਨੂੰ ਪਹਿਲੇ ਲਿਖਿਆ ਤੇ ਨਿਕਲ ਨੂੰ ਬਾਅਦ 'ਚ, ਕਿਉਂਕਿ ਉਹਨੇ ਜਿਹੜੀ ਸਟੱਡੀ ਕੀਤੀ ਸੀਗੀ ਉਹ ਕੀਤੀ ਸੀਗੀ ਕਿ ਕਿਹੋ ਜਿਹੇ ਆਕਸਾਈਡ ਬੰਦੇ ਪਏ, ਕਿਹੋ ਜਿਹੇ ਹਾਈਡਰਾਈਡ, ਯਾਨੀ ਕਿ ਕੈਮੀਕਲ ਕੰਪਾਊਂਡਸ ਦੀ ਰਿਐਕਸ਼ਨ ਉਹ ਵੇਖ ਰਿਹਾ ਸੀ। ਤਾਂ ਕਰਕੇ ਸਿਮਿਲਰ ਪ੍ਰੋਪਰਟੀ ਇੱਥੇ ਮਿਲੀ, ਪਹਿਲੇ ਹੀ ਮਿਲ ਗਈ, ਤਾਂ ਕੋਬਾਲਟ ਨੂੰ ਪਹਿਲੇ ਰੱਖਤਾ, ਨਿਕਲ ਨੂੰ ਬਾਅਦ 'ਚ। ਬਟ ਗੜਬੜ ਤੇ ਹੋ ਗਈ ਨਾ, ਜਿਹੜਾ ਤੁਸੀਂ ਬੇਸਿਕ ਪ੍ਰਿੰਸੀਪਲ ਲੈ ਕੇ ਚੱਲੋ ਜੀ ਐਟੋਮਿਕ ਮਾਸ ਦਾ, ਉਹ ਤਾਂ ਗੜਬੜ ਹੋ ਗਿਆ ਨਾ। ਹੁਣ ਦੇਖੋ ਇਹਨੂੰ ਸਮਝਣ ਵਾਸਤੇ ਕਿ ਕੀ ਹੋ ਰਿਹਾ ਹਾਲੇ ਤੱਕ ਪੀਰੀਓਡਿਕ ਟੇਬਲ ਦੀ ਕਲਾਸੀਫਿਕੇਸ਼ਨ 'ਚ, ਹੁਣ ਅਸੀਂ ਸਕੂਲ ਦੇ ਬੱਚੇ ਹੀ ਲਾਦੇ ਕਰਨੇ ਹੋਣ, ਜੇ ਸਾਨੂੰ ਦਿੱਤਾ ਜਾਏ, ਤੁਹਾਨੂੰ ਡਿਊਟੀ ਦਿੱਤੀ ਜਾਏ ਕਿ ਤੁਸੀਂ ਬੱਚੇ ਨਾ ਗਰੁੱਪ ਕਰ ਦਿਓ, ਤੇ ਤੁਸੀਂ ਕਹਿਣਾ ਸਰ ਜੀ ਮੈਂ ਮਾਸ ਦੇ ਹਿਸਾਬ ਨਾਲ ਵੱਖਰਾ ਕਰ ਦਿੰਦਾ ਹੈ ਨਾ, ਜਿਨ੍ਹਾਂ ਦਾ 40 ਕਿਲੋਗ੍ਰਾਮ ਤੇ ਵੱਧ ਹੋਏਗਾ ਉਹਨਾਂ ਨੂੰ ਇੱਕ ਗਰੁੱਪ ਬਣਾਤਾ, ਠੀਕ ਹੈ, ਜਿਨ੍ਹਾਂ ਦਾ 30 ਕਿਲੋਗ੍ਰਾਮ ਤੋਂ ਘੱਟ ਹੋਏਗਾ, 20 ਕਿਲੋਗ੍ਰਾਮ ਜਿੰਨਾ ਭਾਰ ਹੋਏਗਾ ਉਹਨਾਂ ਬੱਚਿਆਂ ਨੂੰ ਗਰੁੱਪ ਕਰਤਾ। ਹੁਣ ਹੋ ਸਕਦਾ ਕਈ ਵਾਰੀ ਤੁਹਾਡੀ ਚੀਜ਼ਾਂ ਠੀਕ ਹੋ ਜਾਣ, ਯਾਨੀ ਕਿ ਛੋਟੇ ਬੱਚੇ ਉਹਨਾਂ ਦਾ ਭਾਰ ਘੱਟ ਹੋਏਗਾ ਤੇ ਤੁਸੀਂ ਇੱਕ ਕਲਾਸ ਬਣਾ ਸਕਦੇ ਹੋ ਉਹਨਾਂ ਦੀ, ਠੀਕ ਹੈ, ਗਰੁੱਪ ਕਰ ਲੋਗੇ। ਬਟ ਵਿੱਚ ਤੁਹਾਨੂੰ ਪਤਾ ਹੈ ਕਈ ਬੱਚੇ ਹੋਣੇ ਜਿਹੜੇ ਵੱਡੀਆਂ ਕਲਾਸਾਂ 'ਚ ਹਨ ਬਟ ਉਹਨਾਂ ਦਾ ਭਾਰ ਘੱਟ ਹੈ, ਫਿਰ ਤੁਸੀਂ ਕੀ ਕਰੋਗੇ, ਐਡਜਸਟ ਕਰੋਗੇ। ਮੈਂਟਲੀ ਵੀ ਇਹੀ ਚੀਜ਼ ਕਰ ਰਿਹਾ, ਉਹਨੇ ਤਾਂ ਪ੍ਰੋਪਰਟੀ ਦੇਖਣੀ, ਉਹਨੇ ਦੇਖਣਾ ਯਾਰ ਇਹ ਤਾਂ ਫਿੱਟ ਨਹੀਂ ਹੁੰਦਾ ਬੱਚਾ, ਇਹ ਤਾਂ ਨੌਮੀ ਦਾ ਹੈਗਾ, ਭਾਵੇਂ ਦਾ ਭਾਰ ਘੱਟ ਹੈ ਤਾਂ ਮੈਂ ਐਡਜਸਟ ਕਰ ਲਵਾਂ। ਤਾਂ ਥੋੜੀ ਜਿਹੀ ਐਡਜਸਟਮੈਂਟ ਜਿਹੜੀ ਹੈਗੀ ਇਹਨੇ ਕੀਤੀ ਹੈ ਆਪਣੇ ਟੇਬਲ 'ਚ, ਜਿਹੜੀ ਇੱਥੇ ਕੋਬਾਲਟ ਦੇ ਨਿਕਲ ਦੇ ਐਗਜ਼ਾਮਪਲ 'ਚ ਸਾਨੂੰ ਸਾਹਮਣੇ ਨਜ਼ਰ ਆਉਂਦੀ ਹੈ। ਹੁਣ ਜਿਹੜਾ ਸਾਡਾ ਮਾਡਰਨ ਪੀਰੀਓਡਿਕ ਟੇਬਲ ਹੈ, ਇਹਦੀ ਜਿਹੜੀ ਵੀ ਲਿਮਿਟੇਸ਼ਨਸ ਹਨ ਮੈਂਡਲੀਵ ਦੀ ਤਿੰਨ, ਸਾਰਿਆਂ ਨੂੰ ਸੋਲਵ ਕਰਦਾ ਹੈ ਇੱਕੋ ਹੀ ਸਟੇਟਮੈਂਟ ਨਾਲ। ਜਿਹੜਾ ਸਾਡਾ ਨੈਕਸਟ ਸਾਇੰਟਿਸਟ ਹੈ ਉਹ ਕਹੇਗਾ ਇਸ ਚੀਜ਼ ਨੂੰ 1913 'ਚ, ਲਗਭਗ 40 ਸਾਲ ਬਾਅਦ ਜਦੋਂ ਮੈਂਡਲੀਵ ਨੇ ਟੇਬਲ ਦੇ ਦਿੱਤਾ ਸੀ, ਉਹਦੇ ਬਾਅਦ ਹੈਨਰੀ ਮੋਜ਼ਲੇ ਉਹ ਪ੍ਰੂਵ ਕਰਦਾ ਹੈ, ਸ਼ੋ ਕਰਦਾ ਹੈ ਲੋਕਾਂ ਨੂੰ ਕਿ ਐਟੋਮਿਕ ਨੰਬਰ ਜ਼ਿਆਦਾ ਬੇਸਿਕ ਪ੍ਰੋਪਰਟੀ ਹੈ। ਕਿਹਦੇ ਕੰਪੈਰੀਜ਼ਨ ਕਰੀਏ, ਐਟੋਮਿਕ ਮਾਸ ਨਾਲ। ਤੇ ਜਿਹੜੇ ਐਲੀਮੈਂਟ ਹੋਣਗੇ ਉਹਨਾਂ ਦੀ ਪ੍ਰੋਪਰਟੀਆਂ ਕਿਸ ਚੀਜ਼ ਤੇ ਜ਼ਿਆਦਾ ਡਿਪੈਂਡ ਕਰਦੀਆਂ ਹਨ, ਉਹਨਾਂ ਦੇ ਮਾਸ ਤੇ ਜ਼ਿਆਦਾ ਡਿਪੈਂਡ ਨਹੀਂ ਕਰਦੀਆਂ। ਉਸ ਤੋਂ ਕੰਪੇਅਰ ਕਰੀਏ ਤਾਂ ਉਸ ਤੋਂ ਜ਼ਿਆਦਾ ਬੇਸਿਕ ਪ੍ਰੋਪਰਟੀ ਕੀ ਹੈਗੀ ਹੈ, ਐਟੋਮਿਕ ਨੰਬਰ ਹੈ। ਜਿਹੜਾ ਸਾਡਾ ਮਾਡਰਨ ਪੀਰੀਓਡਿਕ ਟੇਬਲ ਹੈ ਉਹ ਐਟੋਮਿਕ ਨੰਬਰ ਦੀ ਕਲਾਸੀਫਿਕੇਸ਼ਨ ਕਰਦਾ ਹੈ, ਉਸ ਨੂੰ ਬੇਸਿਕ ਪ੍ਰੋਪਰਟੀ ਸਮਝ ਕੇ ਕਲਾਸੀਫਿਕੇਸ਼ਨ ਹੁੰਦੀ ਹੈ। ਇਹ ਤੁਹਾਡੇ ਦਿਮਾਗ 'ਚ ਸਵਾਲ ਪੈਦਾ ਹੋ ਸਕਦਾ ਹੈ ਵੀ ਮੈਂਡਲੀਵ ਤਾਂ ਇਹ ਕਰ ਸਕਦਾ ਸੀ,
पर देखो बेटा उस टाइम हाले एटॉमिक नंबर की इनफॉर्मेशन नंबर ऑफ इलैक्ट्रॉन प्रोटॉन्स न्यूट्रॉन्स होंगे आ एक एटम च इन्नी इनफॉर्मेशन सीगी नहीं ਤਾਂ ਕਰਕੇ ਉਹ ਅਵੇਅਰ ਨਹੀਂ ਸੀ ਕਿ ਐਟੋਮਿਕ ਨੰਬਰ ਦੇ ਹਿਸਾਬ ਨਾਲ ਵੀ ਸਾਡੀ ਜਿਹੜੀ ਹੈਗੀ ਹੈ ਬੇਸਿਕ ਪ੍ਰੋਪਰਟੀ ਨੂੰ ਮੰਨਿਆ ਜਾ ਸਕਦਾ ਹੈ ਐਟੋਮਿਕ ਮਾਸ ਪਤਾ ਲਗਾ ਸਕਦੇ ਸੀ ਤਾਂ ਕਰਕੇ ਉਹਨੇ ਉਸ ਹਿਸਾਬ ਨਾਲ ਕੀਤਾ ਹੁਣ ਦੇਖੋ ਇਸੇ ਹਿਸਾਬ ਨਾਲ ਅਸੀਂ ਹੁਣ ਮਾਡਰਨ ਪੀਰੀਓਡਿਕ ਟੇਬਲ ਨੂੰ ਵੇਖਾਂਗੇ ਕਿ ਐਟੋਮਿਕ ਨੰਬਰ ਦੇ ਹਿਸਾਬ ਨਾਲ ਅਸੀਂ ਕਿੱਦਾਂ ਉੱਥੇ ਪੀਰੀਓਡਿਕ ਕਲਾਸੀਫਿਕੇਸ਼ਨ ਕੀਤੀ ਹੋਈ ਹੈ ਗਰੁੱਪਸ ਨੂੰ ਐਲੀਮੈਂਟਸ ਨੂੰ ਗਰੁੱਪ 'ਚ ਵੰਡਿਆ ਹੋਇਆ ਹੈ ਤੇ ਪੀਰੀਅਡਸ ਕਿੱਦਾਂ ਲਾਏ ਹੋਏ ਹਨ ਕਈ ਚੀਜ਼ਾਂ ਤੁਸੀਂ ਮੈਂਡਲਿਪ ਦੀ ਰਿਪੀਟ ਹੁੰਦੀ ਵੇਖੋਗੇ ਬਟ ਉਸ ਤੋਂ ਜਾਣ ਤੋਂ ਪਹਿਲਾਂ ਸਾਨੂੰ ਐਟੋਮਿਕ ਨੰਬਰ ਬਹੁਤ ਅੱਛੀ ਤਰ੍ਹਾਂ ਸਮਝ ਲੈਣੇ ਚਾਹੀਦੇ ਹੈ ਕਿ ਐਟੋਮਿਕ ਨੰਬਰ ਕੀ ਹੁੰਦਾ ਹੈ ਐਟੋਮਿਕ ਨੰਬਰ ਜਿਹੜਾ ਹੈਗਾ ਉਹ ਨੰਬਰ ਆਫ ਪ੍ਰੋਟੋਨਸ ਹੈ ਕਿਸੇ ਵੀ ਐਟਮ 'ਚ ਨੰਬਰ ਆਫ ਪ੍ਰੋਟੋਨ ਜਾਂ ਪੋਜ਼ਿਟਿਵ ਚਾਰਜ ਜਿਹੜਾ ਹੈਗਾ ਨਿਊਕਲੀਅਸ 'ਚ ਬੈਠਾ ਹੋਇਆ ਉਹ ਕਿੰਨਾ ਹੈ ਕਿੰਨੇ ਨੰਬਰ ਹੈ 3 ਹਨ 4 ਹਨ ਇਸ ਨੰਬਰ ਨੂੰ ਅਸੀਂ ਕਹਿੰਦੇ ਆ ਐਟੋਮਿਕ ਨੰਬਰ ਇਹ ਨੰਬਰ ਆਫ ਇਲੈਕਟ੍ਰੋਨ ਦੇ ਇਕੁਅਲ ਹੀ ਹੋਏਗਾ ਜੇਕਰ ਸਾਨੂੰ ਚੈੱਕ ਕਰਨਾ ਇਹ ਨਾ ਹੋਵੇ ਕਿ ਉਹ ਇਲੈਕਟ੍ਰੋਨ ਲਾਸ ਕਰ ਦਿੱਤਾ ਹੋਵੇ ਜਾਂ ਗੇਨ ਕਰ ਲਿੱਤਾ ਹੋਵੇ ਜਿਵੇਂ ਅਸੀਂ NaCl ਦੇ ਕੇਸ 'ਚ ਵੇਖਿਆ ਸੀ Na ਇਲੈਕਟ੍ਰੋਨ ਦੇ ਦਿੰਦਾ ਹੈ ਤਾਂ ਅਸੀਂ ਜੇ ਮੰਨੀਏ ਕਿ ਕੋਈ ਇਲੈਕਟ੍ਰੋਨ ਦਿੱਤਾ ਜਾਂ ਲਿੱਤਾ ਨਹੀਂ ਗਿਆ ਤਾਂ ਜਿੰਨੇ ਨੰਬਰ ਆਫ ਪ੍ਰੋਟੋਨਸ ਹੋਣਗੇ ਉਨੇ ਹੀ ਇਲੈਕਟ੍ਰੋਨ ਹੋਣੇ ਹਨ ਤੁਹਾਡਾ ਜਿਹੜਾ ਵੀ ਸਿੰਬਲ ਹੋਏਗਾ ਕਿਸੇ ਵੀ ਐਲੀਮੈਂਟ ਦਾ ਇਦਾਂ ਲਿਖਿਆ ਹੋਏਗਾ ਜਿਵੇਂ ਕਾਰਬਨ ਦਾ ਐਗਜ਼ਾਮਪਲ ਲਿਆ ਹੈ ਟੌਪ ਤੇ ਯਾਦ ਆਇਆ ਆਈਸੋਟੋਪ ਤਾਂ ਟੌਪ ਤੇ ਐਟੋਮਿਕ ਨੰਬਰ ਲਿਖਿਆ ਹੋਏਗਾ ਜਿਹਦਾ ਸਿੰਬਲ ਅਸੀਂ Z ਨਾਲ ਸ਼ੋ ਕਰਦੇ ਹਾਂ ਤੇ ਥੱਲੇ ਐਟੋਮਿਕ ਮਾਸ ਲਿਖਿਆ ਹੋਏਗਾ ਹੁਣ ਅਸੀਂ ਮਾਡਰਨ ਪੀਰੀਓਡਿਕ ਟੇਬਲ 'ਚ ਧਿਆਨ ਐਟੋਮਿਕ ਨੰਬਰ ਵੱਲ ਕਰਨਾ ਹੈ ਤਾਂ ਵੇਖ ਲੈਂਦੇ ਹਾਂ ਡਿਟੇਲ 'ਚ ਹੋਰ ਦੇਖ ਲੈਂਦੇ ਹਾਂ 2-3 ਐਗਜ਼ਾਮਪਲ ਦੇਖ ਲੈਂਦੇ ਹਾਂ ਐਟਮ ਦੇ ਕਿ ਕਿੱਦਾਂ ਹੋਣਗੇ ਕੀ ਹੁੰਦਾ ਹੈ ਕਿਸੇ ਐਟਮ 'ਚ ਇਹ ਰਿਵੀਜ਼ਨ ਹੀ ਹੈ ਕਲਾਸ ਤੁਹਾਡੀ 9ਵੀਂ ਕਲਾਸ ਦਾ ਇੱਕ ਵਾਰੀ ਇਹਨੂੰ ਦੇਖ ਲੈਣਾ ਚਾਹੀਦਾ ਅੱਗੇ ਜਾਣ ਤੋਂ ਪਹਿਲਾਂ ਕਿਸੇ ਵੀ ਐਲੀਮੈਂਟ ਦਾ ਐਟਮ ਹੋਵੇ ਉਹਦੇ 'ਚ 3 ਚੀਜ਼ਾਂ ਹੋਣੀਆਂ ਨੇ ਇਲੈਕਟ੍ਰੋਨ ਪ੍ਰੋਟੋਨ ਤੇ ਨਿਊਟਰੋਨ ਪ੍ਰੋਟੋਨ ਕਿੱਥੇ ਹੋਣਗੇ ਪੋਜ਼ਿਟਿਵ ਚਾਰਜ P ਤੋਂ ਯਾਦ ਆਉਣਾ ਚਾਹੀਦਾ ਪ੍ਰੋਟੋਨ ਪੋਜ਼ਿਟਿਵ ਚਾਰਜ ਇਹ ਨਿਊਕਲੀਅਸ ਯਾਨੀ ਕਿ ਸੈਂਟਰ ਜੇ ਅਸੀਂ ਇਸ ਚੀਜ਼ ਨੂੰ ਇਹ ਪੂਰੇ ਸਰਕਲ ਅਸੀਂ ਇੱਕ ਐਟਮ ਦੀ ਸੰਰਚਨਾ ਕਰਨ ਦੀ ਕੋਸ਼ਿਸ਼ ਕਰਤੀ ਹੈ ਦੱਸਣ ਦੀ ਕਿ ਇਦਾਂ ਦਾ ਹੋਏਗਾ ਐਟਮ ਤਾਂ ਜਿਹੜੇ ਸੈਂਟਰ 'ਚ ਚਾਰਜ ਹੋਏਗਾ ਪੋਜ਼ਿਟਿਵ ਚਾਰਜ ਉਹਨੂੰ ਅਸੀਂ ਕਵਾਂਗੇ ਪ੍ਰੋਟੋਨ P ਪੋਜ਼ਿਟਿਵ ਪ੍ਰੋਟੋਨ ਪੋਜ਼ਿਟਿਵ ਜਿਹੜੇ ਇਲੈਕਟ੍ਰੋਨ ਹੋਣਗੇ ਜਿਹੜੇ ਆਲੇ ਦੁਆਲੇ ਇਹਦੇ ਘੁੰਮਣਗੇ ਜਿੱਦਾਂ ਸੂਰਜ ਦੇ ਆਲੇ ਦੁਆਲੇ ਪਲੈਨਟਸ ਘੁੰਮਦੇ ਹਨ ਤਾਂ ਅਸੀਂ ਇਦਾਂ ਹੀ ਇਮੇਜਿਨ ਕਰਦੇ ਹਾਂ ਕਿ ਇਲੈਕਟ੍ਰੋਨ ਇਦਾਂ ਰਿਵੋਲਵ ਕਰਨਗੇ ਸਿੰਪਲਿਸਿਟੀ ਵਾਸਤੇ ਤਾਂ ਉਹ ਇਲੈਕਟ੍ਰੋਨ ਉਨੇ ਹੀ ਹੋਣਗੇ ਜਿੰਨੇ ਸਾਡੇ ਪ੍ਰੋਟੋਨ ਹਨ ਯਾਨੀ ਕਿ ਇੱਥੇ ਪੋਜ਼ਿਟਿਵ ਜਿੰਨਾ ਹੋਏਗਾ ਆਸੇ-ਪਾਸੇ ਨੈਗੇਟਿਵ ਚਾਰਜ ਉਨਾ ਹੀ ਘੁੰਮ ਰਿਹਾ ਹੋਣਾ ਕਿਸ ਰੂਪ 'ਚ ਇਲੈਕਟ੍ਰੋਨਸ ਦੇ ਰੂਪ 'ਚ ਜਿਨ੍ਹਾਂ ਦਾ ਨੈਗੇਟਿਵ ਚਾਰਜ ਹੋਏਗਾ ਜਿਹੜੇ ਇਲੈਕਟ੍ਰੋਨ ਹੋਣਗੇ ਉਹ ਸ਼ੈਲ 'ਚ ਘੁੰਮਣਗੇ ਯਾਨੀ ਕਿ ਇਦਾਂ ਹੀ ਨਹੀਂ ਕਿਤੇ ਵੀ ਅਸੀਂ ਕਹਿਣਾ ਇਹ ਪਹਿਲਾ ਸ਼ੈਲ ਆ ਗਿਆ ਇਹ ਸੈਕੰਡ ਸ਼ੈਲ ਆ ਗਿਆ ਇਹਨਾਂ ਨੂੰ ਵੈਸੇ ਨੇਮ ਕੀ ਕਹਿੰਦੇ ਆ K ਸ਼ੈਲ L ਸ਼ੈਲ M ਸ਼ੈਲ ਯਾਨੀ ਕਿ 2 ਇਲੈਕਟ੍ਰੋਨ K ਸ਼ੈਲ 'ਚ ਹਨ ਫਿਰ 8 ਇਲੈਕਟ੍ਰੋਨ ਜਿਹੜੇ ਹੈਗੇ ਉਹ L ਸ਼ੈਲ 'ਚ ਯਾਨੀ ਕਿ ਸੈਕੰਡ ਸ਼ੈਲ 'ਚ ਹਨ ਇਦਾਂ ਅਸੀਂ ਸੰਰਚਨਾ ਜਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਜਿਹੜੀ ਹੈ ਇਦਾਂ ਸਮਝਦੇ ਹਾਂ ਤੇ ਨਿਊਕਲੀਅਸ 'ਚ ਇੱਕ ਹੋਰ ਇੰਪੋਰਟੈਂਟ ਚੀਜ਼ ਹੁੰਦੀ ਹੈ ਜਿਹੜੀ ਹੁੰਦੀ ਹੈ ਨਿਊਟਰੋਨ ਨਿਊਟਰੋਨ ਨਾਲ ਯਾਦ ਆਉਣਾ ਚਾਹੀਦਾ ਨਿਊਟਰਲ ਯਾਨੀ ਕਿ ਇਹਦੇ 'ਚ ਕੋਈ ਚਾਰਜ ਨਹੀਂ ਹੁੰਦਾ ਫੋਰ ਐਗਜ਼ਾਮਪਲ ਅਗਰ ਅਸੀਂ ਇੱਕ ਐਲੀਮੈਂਟ ਲਈਏ ਲੀਥੀਅਮ ਹੁਣ ਇਹਦਾ ਐਟਮ ਅਗਰ ਅਸੀਂ ਧਿਆਨ ਨਾਲ ਵੇਖੀਏ ਤਾਂ ਇਹਦੇ ਸੈਂਟਰ 'ਚ ਠੀਕ ਹੈ 3 ਤੁਹਾਨੂੰ ਪੋਜ਼ਿਟਿਵ ਚਾਰਜ ਦਿਖ ਰਹੇ ਨੇ ਠੀਕ ਹੈ ਨਾ ਜਿਹੜੇ ਰੈੱਡ ਕਲਰ ਨਾਲ ਇੱਥੇ ਬਣਾਏ ਹਨ ਦੇਖੋ ਇਹ ਯਾਨੀ ਕਿ ਇਹਦੇ ਕੋਲ 3 ਪ੍ਰੋਟੋਨ ਹੈ ਇਹ ਹੋਏਗਾ ਪ੍ਰੋਟੋਨ ਤੋਂ ਹੀ ਅਸੀਂ ਸੋਚਣਾ ਹੈ ਹਮੇਸ਼ਾ ਕਿਉਂਕਿ ਇਲੈਕਟ੍ਰੋਨ ਤਾਂ ਕਦੀ ਦਿੱਤੇ ਜਾਂ ਲਿੱਤੇ ਜਾ ਸਕਦੇ ਨੇ ਬਟ ਪ੍ਰੋਟੋਨ ਨਾਲ ਕੁਝ ਨਹੀਂ ਹੁੰਦਾ ਕੋਈ ਛੇੜਛਾੜ ਨਹੀਂ ਹੁੰਦੀ ਤਾਂ ਕਰਕੇ ਹਮੇਸ਼ਾ ਐਟੋਮਿਕ ਨੰਬਰ ਆਫ ਪ੍ਰੋਟੋਨਸ ਯਾਦ ਰੱਖਣੇ ਹਨ ਇੱਥੇ ਅਸੀਂ ਦੇਖਿਆ 3 ਪ੍ਰੋਟੋਨ ਹਨ ਲਿਥੀਅਮ ਕੋਲ ਇਹ ਜਿਹੜੇ ਹਰੇ ਡਾਟਸ ਹਨ ਇਹ ਹੈਗੇ ਨਿਊਟਰੋਨ ਕੋਈ ਚਾਰਜ ਨਹੀਂ ਹੈਗਾ ਨਾ ਪਰ ਨਾ ਪੋਜ਼ਿਟਿਵ ਜਾਂ ਨੈਗੇਟਿਵ ਠੀਕ ਹੈ ਤਾਂ ਇਹ ਹੈਗੇ ਸਾਡੇ ਨਿਊਟਰੋਨਸ ਹੁਣ ਲੀਥੀਅਮ ਦੇ ਕਿਹੜੇ ਸ਼ੈਲ ਭਰੇ ਜਾਣਗੇ ਅਸੀਂ ਇੱਕ ਇੱਕ ਕਰਕੇ ਪੜ੍ਹਦੇ ਹਾਂ ਕਿੰਨੇ ਪ੍ਰੋਟੋਨ ਹੈਗੇ ਦੇਖੋ ਇਹਦੇ ਕੋਲ ਹੈਗੇ ਆ 3 ਪ੍ਰੋਟੋਨ ਤਾਂ ਇਲੈਕਟ੍ਰੋਨ ਕਿੰਨੇ ਹੋਣਗੇ ਜੀ 3 ਹੀ ਹੋਣਗੇ ਪਹਿਲਾ ਜਿਹੜਾ ਸ਼ੈਲ ਹੁੰਦਾ ਹੈ K ਸ਼ੈਲ ਉਹਦੇ 'ਚ ਕਿੰਨੇ ਇਲੈਕਟ੍ਰੋਨ ਆ ਸਕਦੇ ਹਨ ऑक्टेट रूल सानू याद होना चाहिए 2 8 8 18 इस हिसाब नाल शैल भरे जाते हैं तो पहले च 2 भर जाने हैं 2 ये तीजा इहदा कलर मैं अलग ले लवां क्योंकि मैं हरा कलर न्यूट्रॉन वास्ते यूज़ कर चुका तो मैनू ब्लू कलर लेना इलैक्ट्रॉन वास्ते नीला कलर ले लीए 2 इलैक्ट्रॉन इत्थे भरे गए तो 1 इलैक्ट्रॉन ये हो गया ਇਹ ਕਿਹੜਾ ਸ਼ੈਲ ਹੋਇਆ ਜਾਂ ਤਾਂ ਇਹਨੂੰ ਸੈਕੰਡ ਸ਼ੈਲ ਕਹਿ ਸਕਦੇ ਹੋ ਜਾਂ ਤੁਸੀਂ ਕਹਿ ਸਕਦੇ ਹੋ ਇਹਨੂੰ K ਸ਼ੈਲ ਪਹਿਲਾ ਹੋ ਗਿਆ
ਤਾਂ L ਸ਼ੈਲ ਹੋ ਗਿਆ। ਜਿਹੜਾ ਆਊਟਰ ਮੋਸਟ ਸ਼ੈਲ ਹੁੰਦਾ ਹੈ ਇਹਨੂੰ ਕੀ ਕਹਿੰਦੇ ਆ? ਜਿਹੜਾ ਬਾਹਰਲਾ ਸਭ ਤੋਂ ਬਾਹਰਲਾ ਸ਼ੈਲ ਹੋਏਗਾ ਉਹਨੂੰ ਕੀ ਕਵਾਂਗੇ? ਉਹਨੂੰ ਅਸੀਂ ਕਵਾਂਗੇ ਵੈਲੈਂਸ ਸ਼ੈਲ। ਇਹਦੇ 'ਚ ਜਿਹੜੇ ਇਲੈਕਟ੍ਰੋਨ ਹੋਣਗੇ ਉਹਨਾਂ ਨੂੰ ਕੀ ਕਿਹਾ ਜਾਏਗਾ? ਵੈਲੈਂਸ ਇਲੈਕਟ੍ਰੋਨ। ਇਹੀ ਹਨ ਜਿਹੜੇ ਰਿਐਕਸ਼ਨ 'ਚ ਪਾਰਟ ਲੈਣਗੇ, ਤਾਂ ਹੀ ਕਰਕੇ ਸਪੈਸ਼ਲ ਨਾਂ ਦਿੱਤਾ ਹੋਇਆ ਹੈ, ਕਿਉਂਕਿ ਇਹਨਾਂ ਨੇ ਹੀ ਰਿਐਕਸ਼ਨ ਕਰਨੀ ਹਨ। ਇਹ ਦੇ ਦੇਗਾ ਜਾਂ ਲੈ ਲਏਗਾ ਆਪਣੇ ਸ਼ੈਲ ਨੂੰ ਕੰਪਲੀਟ ਕਰਨ ਵਾਸਤੇ, ਤਾਂ ਇੱਥੇ ਹੀ ਰਿਐਕਸ਼ਨਾਂ ਹੁੰਦੀਆਂ ਹਨ, ਤਾਂ ਕਰਕੇ ਵੈਲੈਂਸ ਇਲੈਕਟ੍ਰੋਨ ਬਹੁਤ ਇੰਪੋਰਟੈਂਟ ਹਨ। ਅਸੀਂ ਸਮਰਾਈਜ਼ ਕਰ ਲਈਏ, ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਲੀਥੀਅਮ ਦਾ ਕੀਤਾ, ਹਰ ਇੱਕ ਐਟਮ ਦੀ ਕਹਾਣੀ ਹੋਣੀ ਹੈ, ਹਰ ਇੱਕ ਐਲੀਮੈਂਟ ਦੀ ਕਹਾਣੀ ਹੋਣੀ ਹੈ। ਉਹਦੇ 'ਚ ਕੁਝ ਪ੍ਰੋਟੋਨ ਹੋਣੇ ਹਨ, ਉਹ ਅਸੀਂ ਐਟੋਮਿਕ ਨੰਬਰ ਮੰਨਣਾ ਹੈ, Z ਨਾਲ ਡਿਨੋਟ ਕਰਦੇ ਹਾਂ। ਉਨੇ ਹੀ ਇਲੈਕਟ੍ਰੋਨ ਹੋਣਗੇ ਆਸੇ ਪਾਸੇ ਰਿਵੋਲਵ ਕਰਦੇ ਹੋਏ, ਤੇ ਨਿਊਟਰੋਨ ਹੋਣਗੇ। ਨਿਊਟਰੋਨ ਦੀ ਗਿਣਤੀ ਸਾਨੂੰ ਇੱਕਦਮ ਐਗਜ਼ੈਕਟਲੀ ਪਤਾ ਨਹੀਂ ਲੱਗ ਸਕਦੀ, ਨਾ ਅਸੀਂ ਗੈਸ ਕਰ ਸਕਦੇ ਹਾਂ। ਇਹ ਸਾਨੂੰ ਦੱਸਿਆ ਜਾਂਦਾ ਹੈ ਕਿ ਇੰਨੇ ਨਿਊਟਰੋਨ ਹਨ, ਐਕਸਪੈਰੀਮੈਂਟਲੀ ਫਾਊਂਡ ਕੀਤਾ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ, ਕਿ ਕਿੰਨੇ ਪ੍ਰੋਟੋਨਸ ਹਨ, ਕਿੰਨੇ ਇਲੈਕਟ੍ਰੋਨਸ ਹਨ, ਕਿੰਨੇ ਨਿਊਟਰੋਨਸ ਹਨ। ਤਾਂ ਅਸੀਂ ਦੇਖੀਏ ਤਾਂ ਜਿਹੜਾ ਨਿਊਕਲੀਅਸ ਹੈ ਇੱਥੇ ਬਣਾਇਆ, ਇਹਦੇ 'ਚ ਕੀ ਕੀ ਚੀਜ਼ ਹੋਏਗੀ? ਨਿਊਕਲੀਅਸ ਮਤਲਬ ਸੈਂਟਰ। ਜਿਹੜਾ ਇਹ ਪੂਰਾ ਐਟਮ ਇੱਥੇ ਤੱਕ ਹੈ, ਤਾਂ ਇਹਦੇ 'ਚ ਬਿਲਕੁਲ ਸੈਂਟਰ ਹੈ, ਉਹਦੇ 'ਚ ਪ੍ਰੋਟੋਨ ਵੀ ਹੋਏਗਾ ਤੇ ਨਿਊਟਰੋਨ ਵੀ ਹੋਏਗਾ। ਇਹਦੇ ਨਿਊਕਲੀਅਸ 'ਚ ਕੀ ਹੈਗਾ? ਪ੍ਰੋਟੋਨਸ ਪਲੱਸ 3 ਪ੍ਰੋਟੋਨ ਪਲੱਸ 4 ਨਿਊਟਰੋਨ। ਇਲੈਕਟ੍ਰੋਨ ਕਿੰਨੇ ਹੈਗੇ ਹੈ? ਸ਼ੈਲਸ 'ਚ ਹੋਣਗੇ। ਇਲੈਕਟ੍ਰੋਨਸ ਨਿਊਕਲੀਅਸ 'ਚ ਨਹੀਂ ਹੋਣਗੇ, ਸ਼ੈਲਸ 'ਚ ਹੋਣਗੇ। ਪਹਿਲੇ 'ਚ 2 ਹਨ ਤੇ ਲਾਸਟ ਜਾਂ ਵੈਲੈਂਸ ਸ਼ੈਲ ਕਿੰਨਾ ਹੈ? ਵੈਲੈਂਸ ਇਲੈਕਟ੍ਰੋਨ ਕਿੰਨੇ ਹਨ? 1, ਜਿਹੜਾ ਹੈਗਾ ਸ਼ੈਲ L। ਇਸ ਹਿਸਾਬ ਨਾਲ ਅਸੀਂ ਹਰ ਇੱਕ ਦੀ ਸੰਰਚਨਾ ਬਣਾ ਸਕਦੇ ਹਾਂ। ਇਹ ਸਾਨੂੰ ਸਮਝ ਆਉਣਾ ਚਾਹੀਦਾ ਕਿ ਐਟੋਮਿਕ ਨੰਬਰ ਅਸੀਂ ਕਿੱਥੋਂ ਲਿਆ। ਇਸ ਹਿਸਾਬ ਨਾਲ ਅਸੀਂ ਮਾਡਰਨ ਪੀਰੀਓਡਿਕ ਟੇਬਲ ਸਮਝਾਂਗੇ। ਜਦੋਂ ਅਸੀਂ ਇੰਕਰੀਜ਼ਿੰਗ ਐਟੋਮਿਕ ਨੰਬਰ ਦੇ ਹਿਸਾਬ ਨਾਲ ਐਲੀਮੈਂਟਸ ਨੂੰ ਕਲਾਸੀਫਾਈ ਕਰਨਾ ਸ਼ੁਰੂ ਕੀਤਾ, ਤਾਂ ਹੀ ਸਾਨੂੰ ਜਿਹੜਾ ਹੈਗਾ ਸਾਡਾ ਮਾਡਰਨ ਪੀਰੀਓਡਿਕ ਟੇਬਲ ਮਿਲਿਆ ਹੈ। ਨਾ ਅਸੀਂ ਬੇਸਿਕ ਪ੍ਰੋਪਰਟੀ ਐਟੋਮਿਕ ਮਾਸ ਨੂੰ ਨਹੀਂ ਮੰਨਦੇ, ਹੁਣ ਅਸੀਂ ਐਟੋਮਿਕ ਨੰਬਰ ਨੂੰ ਮੰਨਦੇ ਹਾਂ। ਇਹਦੇ ਕਾਰਨ ਜਿਹੜੀ ਮੈਂਡਲੀਵ ਦੀਆਂ 3 ਪ੍ਰੋਬਲਮਾਂ ਸੀਗੀਆਂ ਉਹ ਸਾਰੀਆਂ ਸੋਲਵ ਹੋ ਚੁੱਕੀਆਂ ਹਨ। ਉਹ ਤਿੰਨੋਂ ਪ੍ਰੋਬਲਮਾਂ ਦਾ ਸੋਲੂਸ਼ਨ ਸਾਨੂੰ ਮਿਲ ਗਿਆ ਹੈ। ਜਿੱਦਾਂ ਤੁਸੀਂ ਫੋਰ ਐਗਜ਼ਾਮਪਲ ਲਓ, ਕੋਬਾਲਟ ਤੇ ਨਿਕਲ ਦੀ ਪ੍ਰੋਬਲਮ ਆਉਂਦੀ ਪਈ ਸੀ। ਅਸੀਂ ਵੇਖਿਆ ਕੋਬਾਲਟ ਨਿਕਲ ਇੱਦਾਂ ਲਾਏ ਹੋਏ ਸੀ ਜਦੋਂ ਕਿ ਐਟੋਮਿਕ ਮਾਸ ਇਹਨਾਂ ਦਾ ਨਿਕਲ ਦਾ ਜਿਹੜਾ ਹੈ ਘੱਟ ਸੀਗਾ, ਤਾਂ ਵੀ ਅੱਗੇ ਸੀਗਾ। ਹੁਣ ਮਾਸ ਦੀ ਚਿੰਤਾ ਹੀ ਨਹੀਂ। ਜੇ ਤੁਸੀਂ ਮਾਡਰਨ ਪੀਰੀਓਡਿਕ ਟੇਬਲ 'ਚ ਦੇਖੋ ਤਾਂ ਇਹਦਾ ਐਟੋਮਿਕ ਨੰਬਰ 27 ਹੈ, ਤਾਂ ਇਹਦਾ 28 ਹੈ, ਯਾਨੀ ਕਿ ਇੱਥੇ ਹੀ ਹੋਣਾ ਸੀ। ਹੁਣ ਅਸੀਂ ਐਕਸਪਲੇਨ ਕਰ ਪਾ ਰਹੇ ਹਾਂ ਕਿਉਂ ਕਰਕੇ ਪ੍ਰੋਪਰਟੀਆਂ ਇਹਦੀਆਂ ਉਸ ਤਰ੍ਹਾਂ ਆ ਰਹੀ ਸੀ ਜਿੱਦਾਂ ਮੈਂਡਲੀਵ ਨੂੰ ਇਹਨੂੰ ਅਗਾਂਹ ਰੱਖਣਾ ਪਿਆ, ਹਾਲਾਂਕਿ ਇਹਦਾ ਮਾਸ ਘੱਟ ਸੀਗਾ। ਕਿਉਂਕਿ ਹੁਣ ਮਾਡਰਨ ਪੀਰੀਓਡਿਕ ਟੇਬਲ 'ਚ ਅਸੀਂ ਕੀ ਕਰਦੇ ਹਾਂ? ਅਸੀਂ ਐਟੋਮਿਕ ਨੰਬਰ ਜਿਹੜਾ ਟੌਪ ਤੇ ਹੁੰਦਾ ਹੈ ਉਹਦੇ ਹਿਸਾਬ ਨਾਲ ਕਲਾਸੀਫਿਕੇਸ਼ਨ ਕਰ ਰਹੇ ਹਾਂ। ਚਲਦੇ ਹਾਂ ਸਾਡੇ ਮਾਡਰਨ ਪੀਰੀਓਡਿਕ ਟੇਬਲ ਵੱਲ। ਇਹ ਸਾਡਾ ਮਾਡਰਨ ਪੀਰੀਓਡਿਕ ਟੇਬਲ ਹੈ। ਇੱਥੇ ਦੇਖੋ ਕਿੰਨੇ ਗਰੁੱਪ ਹਨ? 1 2 3 4 5 6 7 8 9 10 11 12 13 14 15 16 17 18। ਤਾਂ ਸਾਡੇ ਜਿਹੜੇ ਕਾਲਮਸ ਜਾਂ ਅਸੀਂ ਕੀ ਕਵਾਂਗੇ, ਜਿੱਦਾਂ ਮੈਂਡਲੀਵ ਨੇ ਕਿਹਾ ਸੀ 18 ਗਰੁੱਪ ਹਨ। ਤਾਂ ਤੁਸੀਂ ਇਸ ਸ਼੍ਰੇਣੀ 'ਚ 18 ਗਰੁੱਪ ਵੇਖੋਗੇ। ਰੋਜ਼ ਵੀ ਗਿਣ ਲੈਂਦੇ ਹਾਂ, 1 2 3 4 5 6 7। ਤਾਂ ਸਾਡੇ ਕੋਲ 7 ਰੋਜ਼ ਹਨ। ਇਹ ਅਸੀਂ ਯਾਦ ਰੱਖਣਾ ਹੈ। ਇਹਨੂੰ ਰੋਜ਼ ਕਹੀਏ ਕਿ ਕੁਝ ਹੋਰ ਕਹੀਏ? ਰੋਜ਼ ਨਹੀਂ ਕਹਿਣਾ ਚਾਹੀਦਾ, ਮੈਂਡਲੀਵ ਦੀ ਗੱਲ ਮੰਨਦੇ ਹਾਂ। ਅਸੀਂ ਇਹਨੂੰ ਕਵਾਂਗੇ ਪੀਰੀਅਡਸ, ਯਾਨੀ ਕਿ 7 ਪੀਰੀਅਡਸ ਮਾਡਰਨ ਪੀਰੀਓਡਿਕ ਟੇਬਲ 'ਚ ਹੈਗੇ, ਤਾਂ 18 ਗਰੁੱਪ ਹੈਗੇ ਆ। ਹੁਣ ਹਰ ਇੱਕ ਗਰੁੱਪ ਦੀ ਕਿੱਦਾਂ ਕਲਾਸੀਫਿਕੇਸ਼ਨ ਹੋਈ ਹੈ, ਤੁਸੀਂ ਇੱਥੇ ਇਹਨਾਂ ਦੇ ਟੌਪ ਤੇ ਜਿਹੜੇ ਵੈਲਿਊ ਜਾਂ ਇਹਨਾਂ ਦਾ ਐਟੋਮਿਕ ਨੰਬਰ ਪੜ੍ਹੀ ਜਾਓ। ਕਲਾਸੀਫਿਕੇਸ਼ਨ ਜਾਂ ਗਰੁੱਪ ਇੰਕਰੀਜ਼ਿੰਗ ਆਰਡਰ ਆਫ ਐਟੋਮਿਕ ਨੰਬਰ ਹੈ, 1 2 3 4 5 6। ਇੱਦਾਂ ਹੀ ਐਟੋਮਿਕ ਨੰਬਰ ਵਧੀ ਜਾਣੇ ਹਨ। ਜਿੱਦਾਂ ਰੈਗੂਲੈਰਿਟੀ ਸਾਨੂੰ ਐਟੋਮਿਕ ਮਾਸ 'ਚ ਨਹੀਂ ਮਿਲ ਰਹੀ ਸੀ। ਕਾਰਬਨ ਤੇ ਨਾਈਟ੍ਰੋਜਨ ਦੇਖੋ 12 ਲਗਭਗ ਇਹਦਾ ਐਟੋਮਿਕ ਮਾਸ ਹੈ, ਅੱਗੇ ਇਹਦਾ 14 ਹੋ ਗਿਆ, ਫਿਰ 16, ਉਹਦੇ ਬਾਅਦ 19 ਹੋ ਗਿਆ ਫਲੋਰੀਨ ਦਾ। ਕੋਈ ਵੀ ਰੈਗੂਲੈਰਿਟੀ ਨਹੀਂ ਹੈ, ਕਦੀ 2 ਫਰਕ, ਫਿਰ 3 ਦਾ ਫਰਕ ਪੈਂਦਾ ਪਿਆ ਹੈ। ਜਿਹੜੇ ਵੀ ਕਿਸੇ ਵੀ ਗਰੁੱਪ 'ਚ ਐਲੀਮੈਂਟਸ ਹੋਣਗੇ ਉਹ ਇੱਕੋ ਜਿਹੇ ਹੋਣਗੇ ਜਾਂ ਉਹਨਾਂ ਦੀ ਪ੍ਰੋਪਰਟੀਆਂ ਸਿਮਿਲਰ ਇੱਕੋ ਜਿਹੀਆਂ ਹੋਣਗੀਆਂ। ਇਹ ਕਿਉਂ ਕਰ ਹੋ ਰਹੀਆਂ? ਹੁਣ ਅਸੀਂ ਸਾਰੇ ਜਿਹੜੇ ਆਨਸਰ ਹੈਗੇ ਆ ਉਹ ਐਟੋਮਿਕ ਨੰਬਰ 'ਤੇ ਸਮਝਣੇ ਹਨ ਕਿ ਇਹਨਾਂ ਦੀ ਪ੍ਰੋਪਰਟੀ ਇੱਕੋ ਜਿਹੀਆਂ ਕਿਉਂ ਹਨ, ਅਤੇ ਅਸੀਂ ਟ੍ਰੈਂਡਸ ਕਿੱਦਾਂ ਸਮਝ ਸਕਦੇ ਹਾਂ। ਡਿਫਰੈਂਟ ਚੀਜ਼ਾਂ ਉਹ ਅਸੀਂ ਹੁਣ ਵੇਖਾਂਗੇ ਇੱਕ ਇੱਕ ਕਰਕੇ। ਅਸੀਂ ਹੁਣ ਟ੍ਰੈਂਡਸ ਡਿਸਕਸ ਕਰਾਂਗੇ। ਟ੍ਰੈਂਡ ਦਾ ਮਤਲਬ ਹੈ, ਅਗਰ ਓਵਰਆਲ ਤੁਸੀਂ ਦੇਖੋ ਪੀਰੀਓਡਿਕ ਟੇਬਲ ਨੂੰ,
ਤਾਂ ਨਾਰਮਲੀ ਵੇਖ ਕਰ ਹੀ ਕੁਝ ਚੀਜ਼ਾਂ ਤੁਸੀਂ ਸਿੱਧੇ ਸਿੱਧੇ ਦੱਸ ਸਕਦੇ ਹੋ ਕਿ ਕੀ ਚੱਲ ਰਿਹਾ ਹੈ ਇੱਥੇ, ਟ੍ਰੈਂਡ ਕੀ ਚੱਲ ਰਿਹਾ ਹੈ। ਜੇ ਇਹ ਗਰੁੱਪ 'ਚ ਸਾਰੇ ਐਲੀਮੈਂਟ ਹਨ, ਇਹਦਾ ਮਤਲਬ ਕੀ ਹੈ। ਜੇ ਅਸੀਂ ਕਿਸੇ ਪੀਰੀਅਡ 'ਚ ਇੱਧਰ ਨੂੰ ਲੈਫਟ ਤੋਂ ਰਾਈਟ ਜਾਈਏ ਤਾਂ ਕੀ ਹੋਏਗਾ, ਕੀ ਫਰਕ ਪਏਗਾ, ਕੈਮੀਕਲ ਪ੍ਰੋਪਰਟੀ 'ਚ ਕੀ ਫਰਕ ਪਏਗਾ, ਉਹਨਾਂ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 'ਚ ਕੀ ਫਰਕ ਪਏਗਾ, ਇਹ ਅਸੀਂ ਟ੍ਰੈਂਡ ਦੱਸ ਸਕਦੇ ਹਾਂ। ਪਹਿਲਾਂ ਅਸੀਂ ਜਿਹੜਾ ਟ੍ਰੈਂਡ ਦੇਖਣਾ ਹੈ ਉਹ ਦੇਖਣਾ ਹੈ ਵੈਲੈਂਸੀ। ਇਸ ਤੋਂ ਯਾਦ ਆਉਣਾ ਚਾਹੀਦਾ ਵੈਲੈਂਸ ਇਲੈਕਟ੍ਰੋਨ। ਵੈਲੈਂਸ ਇਲੈਕਟ੍ਰੋਨ ਕੋਈ ਵੀ ਗਰੁੱਪ ਹੋਵੇ, ਠੀਕ ਹੈ, ਉਹਦਾ ਜਿਹੜੇ ਵੈਲੈਂਸ ਇਲੈਕਟ੍ਰੋਨ ਹੋਣਗੇ ਸੇਮ ਹੋਣਗੇ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਪਹਿਲਾ ਟ੍ਰੈਂਡ ਕੀ ਹੈ, ਸੇਮ ਗਰੁੱਪ ਵੇਖਿਆ, ਇਹਦਾ ਮਤਲਬ ਸੇਮ ਵੈਲੈਂਸੀ। ਹੁਣ ਵੈਲੈਂਸੀ ਦਾ ਮਤਲਬ ਸਮਝ ਜਾਓ, ਮਤਲਬ ਨੰਬਰ ਆਫ ਜਿਹੜੇ ਵੈਲੈਂਸ ਇਲੈਕਟ੍ਰੋਨ ਹਨ ਉਹ ਸੇਮ ਹਨ, ਬਿਲਕੁਲ ਐਗਜ਼ੈਕਟਲੀ ਇਕੁਅਲ ਹੋਣਗੇ। ਹੁਣ ਦੇਖੋ ਅਸੀਂ ਪਹਿਲਾ ਗਰੁੱਪ ਵੇਖ ਲੈਂਦੇ ਹਾਂ। ਇੱਥੇ ਅਸੀਂ ਇਸ ਗਰੁੱਪ ਨੂੰ ਕੀ ਕਹਿੰਦੇ ਆ, ਐਲਕਲੀ। ਇਹ ਸੀ ਐਲਕਲੀ ਗਰੁੱਪ, ਠੀਕ ਹੈ ਨਾ, ਜਿੱਥੇ ਹਾਈਡਰੋਜਨ ਫਿਟ ਨਹੀਂ ਕਰ ਪਾ ਰਿਹਾ ਸੀ ਉਹ, ਕਿਉਂਕਿ ਪ੍ਰੋਪਰਟੀਆਂ ਦੋਵਾਂ ਨਾਲ ਸਾਂਝੀਆਂ ਸੀਗੀਆਂ। ਹੁਣ ਦੇਖੋ ਇਹਦੇ ਲੀਥੀਅਮ ਦਾ ਵੈਲੈਂਸ ਇਲੈਕਟ੍ਰੋਨ ਕਿੰਨਾ ਹੋਏਗਾ, 1। ਸੋਡੀਅਮ ਦਾ ਵੈਲੈਂਸ ਇਲੈਕਟ੍ਰੋਨ 1। ਪੋਟਾਸ਼ੀਅਮ ਦਾ 1। ਸੋਚਣ ਦੀ ਸਾਨੂੰ ਲੋੜ ਹੀ ਨਹੀਂ ਹੈ। ਅਸੀਂ ਦੇਖਿਆ ਕਿ ਇੱਕੋ ਗਰੁੱਪ 'ਚ ਹਨ ਤਾਂ ਇਹਦੀ ਇੱਕ ਐਲੀਮੈਂਟ ਦੀ ਸਾਨੂੰ ਵੈਲੈਂਸੀ ਪਤਾ ਲੱਗੀ ਸੀ ਤਾਂ ਬਾਕੀ ਸਾਰਿਆਂ ਦੀ ਪਤਾ ਲੱਗ ਗਈ। ਤਾਂ ਪਹਿਲਾ ਟ੍ਰੈਂਡ ਜਿਹੜਾ ਹੈਗਾ ਉਹ ਹੈ ਵੈਲੈਂਸੀ। ਦੱਸ ਸਕਦੇ ਹੋ ਦੂਜੇ ਗਰੁੱਪ ਦੀ ਵੈਲੈਂਸੀ ਕਿੰਨੀ ਹੋਏਗੀ, ਕਿੰਨੇ ਇਲੈਕਟ੍ਰੋਨ ਹੋਣਗੇ ਲਾਸਟ ਇਲੈਕਟ੍ਰੋਨ 'ਚ, ਲਾਸਟ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੋਣਗੇ, 2। ਤੇ ਸਿੱਧੇ ਬੋਰੋਨ ਕੋਲ ਆਈਏ ਤਾਂ ਇੱਥੇ ਕਿੰਨੀ ਹੋ ਸਕਦੀ ਹੈ, ਦੱਸ ਸਕਦੇ ਹੋ। ਜਿਹੜਾ ਤੁਸੀਂ ਇੱਥੇ ਪੜ੍ਹ ਰਹੇ ਹੋ ਇਹਨੂੰ ਤੁਸੀਂ 13 ਗਰੁੱਪ ਨਾ ਪੜ੍ਹ ਕੇ ਅਗਰ 3 ਪੜ੍ਹੋ, ਇਹਨੂੰ 4 ਪੜ੍ਹੋ, 5 ਪੜ੍ਹੋ, ਇਹਨੂੰ 6 ਪੜ੍ਹੋ, 7 ਪੜ੍ਹੋ ਤੇ ਇਹਨੂੰ 8 ਪੜ੍ਹੋ। ਇੱਥੇ ਵੀ ਲਿਖ ਦਈਏ 2। ਸਿਰਫ 20 ਐਲੀਮੈਂਟ ਤੱਕ ਸਟੱਡੀ ਕਰੀਏ ਤਾਂ ਤੁਸੀਂ ਬਹੁਤ ਹੀ ਆਸਾਨੀ ਨਾਲ ਸਮਝ ਸਕਦੇ ਹੋ ਚੀਜ਼ਾਂ ਨੂੰ। ਇੱਥੇ ਵੈਲੈਂਸੀ 1 ਕਿਉਂਕਿ ਗਰੁੱਪ 1 ਪਹਿਲਾ, ਇੱਥੇ ਗਰੁੱਪ 2 ਕਹਿ ਦਿਓ ਇਹਨੂੰ। ਹੁਣ ਇਹਨੂੰ ਗਰੁੱਪ 13 ਨਾ ਕਹਿ ਕੇ ਅਸੀਂ 3 ਕਹਿ ਦਈਏ ਤਾਂ ਵੈਲੈਂਸ ਇਲੈਕਟ੍ਰੋਨ ਕਿੰਨੇ, 3। ਜਾਂ 13 ਦਾ ਸਿਰਫ 3 ਦੇਖੋ, 1 ਨਾ ਦੇਖੋ 13 ਦਾ। 14 ਗਰੁੱਪ ਦਾ 4 ਵੇਖੋ, ਯਾਨੀ ਕਿ 4 ਕਾਰਬਨ 'ਚ ਕਿੰਨੇ ਵੈਲੈਂਸ ਇਲੈਕਟ੍ਰੋਨ ਹਨ, 4। ਟੈਟਰਾ ਵੈਲੈਂਸੀ ਯਾਦ ਆਇਆ ਤਾਂ ਹੀ ਕਰਕੇ। ਹੁਣ ਦੇਖੋ 15ਵਾਂ ਜਿਹੜਾ ਗਰੁੱਪ ਹੈ ਉਹਦੇ 'ਚ ਕਿੰਨੇ ਵੈਲੈਂਸ ਇਲੈਕਟ੍ਰੋਨ ਹੋਣੇ, 5। ਜਿਹੜਾ 16ਵਾਂ ਗਰੁੱਪ ਹੋਣਾ ਉਹਦੇ 'ਚ ਕਿੰਨੇ ਹੋਣੇ, 6। ਜਿਹੜਾ 17ਵਾਂ ਗਰੁੱਪ ਹੋਣਾ ਕਿਹੜਾ ਗਰੁੱਪ ਹੈਗਾ, ਇਹਨੂੰ ਕੀ ਕਹਿੰਦੇ ਅਸੀਂ, ਹੈਲੋਜਨ। ਇਹ ਹੈਗੇ ਸਾਡੇ ਗਰੁੱਪ ਹੈਲੋਜਨ ਗਰੁੱਪ, ਜਿਹੜੇ ਸਾਲਟ ਬਣਾਉਂਦੇ ਹਨ, ਸਾਲਟ ਜਨਰੇਟਿੰਗ ਗਰੁੱਪ ਹੈ ਇਹ। Cl ਨਾਲ NaCl ਬੰਦਾ ਵੇਖਿਆ ਅਸੀਂ, ਇਹ ਸਾਲਟ ਬੰਦਾ ਹੈ ਨਾ, ਤਾਂ ਹੀ ਕਰਕੇ ਇਸ ਗਰੁੱਪ ਨੂੰ ਕਹਿੰਦੇ ਅਸੀਂ ਹੈਲੋਜਨ। ਪੋਪੂਲਰ ਨਾਂ ਕੀ ਹੈ, ਹੈਲੋਜਨ। ਕਿੰਨੇ ਇਲੈਕਟ੍ਰੋਨ ਹੁੰਦੇ ਹਨ, 7। ਯਾਨੀ ਕਿ 1 ਇਲੈਕਟ੍ਰੋਨ ਲੈ ਲਏਗਾ ਤਾਂ ਕੀ ਬਣ ਜਾਏਗਾ ਸਾਡਾ ਜਿਹੜਾ ਨੈਕਸਟ ਗਰੁੱਪ ਹੈ। ਕਿਹੜਾ ਗਰੁੱਪ ਹੈ, ਨੋਬਲ ਗੈਸ। ਤੇ ਗਰੁੱਪ 18 ਜਾਂ ਲਾਸਟ ਦਾ ਡਿਜਿਟ ਵੇਖੋ 8। ਯਾਨੀ ਕਿ ਟੋਟਲ ਇਲੈਕਟ੍ਰੋਨ ਲਾਸਟ ਸ਼ੈਲ 'ਚ ਕਿੰਨੇ ਹਨ, 8 ਹਨ। ਤਾਂ ਕਰਕੇ ਕੀ ਹੋਣਾ ਹੈ, ਆਕਟੇਟ ਕੰਪਲੀਟ ਹੋ ਜਾਣਾ ਹੈ। ਇਹਨਾਂ ਨੂੰ ਕਿਸੇ ਨਾਲ ਰਿਐਕਸ਼ਨ ਕਰਨ ਦੀ ਲੋੜ ਨਹੀਂ ਹਨ, ਬਹੁਤ ਹੀ ਕਮ ਰਿਐਕਟਿਵ ਹਨ, ਇਹ ਕਿਸੇ ਨਾਲ ਰਿਐਕਸ਼ਨ ਨਹੀਂ ਕਰਦੇ। ਤਾਂ ਅਸੀਂ ਕਹਿ ਸਕਦੇ ਹਾਂ ਗਰੁੱਪ ਨੰਬਰ ਸਾਨੂੰ ਪਤਾ ਹੋਵੇ ਤਾਂ ਵੈਲੈਂਸੀ ਸਾਰਿਆਂ ਦੀ ਸੇਮ ਹੋਏਗੀ, ਵੈਲੈਂਸ ਨੰਬਰ ਆਫ ਇਲੈਕਟ੍ਰੋਨ ਜਿਹੜੇ ਹੋਣਗੇ ਉਹ ਸੇਮ ਹੋਣਗੇ। ਹੁਣ ਚੱਲਦੇ ਹਾਂ ਦੂਜੇ ਟ੍ਰੈਂਡ ਵੱਲ। ਹੁਣ ਦੇਖਦੇ ਹਾਂ ਐਟਮ ਦਾ ਸਾਈਜ਼। ਹੁਣ ਅਸੀਂ ਐਟੋਮਿਕ ਨੰਬਰ ਬੜੀ ਚੰਗੀ ਤਰ੍ਹਾਂ ਲੀਥੀਅਮ ਦੇ ਹਿਸਾਬ ਨਾਲ ਸਮਝ ਲਿਆ ਸੀ ਕਿ ਸ਼ੈੱਲ ਹੁੰਦੇ ਹਨ, ਇਲੈਕਟ੍ਰੋਨ ਸ਼ੈੱਲਾਂ 'ਚ ਹੋਣਗੇ, ਸੈਂਟਰ 'ਚ ਨਿਊਕਲੀਅਸ ਹੋਏਗਾ। ਹੁਣ ਜਿੱਦਾਂ ਤੁਸੀਂ ਥੱਲੇ ਜਾਂਦੇ ਜਾਓਗੇ ਕਿਸੇ ਵੀ ਗਰੁੱਪ 'ਚ ਤਾਂ ਕੀ ਹੋਏਗਾ, ਸ਼ੈੱਲ ਐਡ ਹੋਈ ਜਾਣਗੇ। ਦੇਖੋ ਹਾਈਡਰੋਜਨ ਨੂੰ ਕਿੰਨਾ ਚਾਹੀਦਾ ਹੈ, ਇੱਥੇ ਮੈਂ ਛੋਟਾ ਜਿਹਾ ਐਗਜ਼ਾਮਪਲ ਬਣਾ ਰਿਹਾ ਹਾਂ। ਇਹ ਨਿਊਕਲੀਅਸ ਹੈ, ਮੰਨ ਲਓ ਇੱਕੋ ਸ਼ੈੱਲ ਚਾਹੀਦਾ K, ਉੱਥੇ ਕਿਹਦਾ ਇਲੈਕਟ੍ਰੋਨ ਆ ਜਾਣਾ, ਕਿਉਂਕਿ ਵੈਲੈਂਸੀ ਨਾਲ ਹੁਣ ਪਤਾ ਲੱਗ ਗਿਆ ਜੀ ਵੈਲੈਂਸ ਇਲੈਕਟ੍ਰੋਨ ਕਿੰਨੇ ਹੋਣੇ ਹਨ। ਅਸੀਂ ਸਿਰਫ ਲਾਸਟ ਵਾਲੇ ਸ਼ੈੱਲ ਦੀ ਗੱਲ ਕਰੀਏ, ਵਿਚਕਾਰ ਰਹਿਣ ਦਈਏ, ਭਰੇ ਹੀ ਹੋਣਗੇ ਵਿਚਕਾਰਲੇ ਤੇ। ਲੀਥੀਅਮ ਦੇ ਲਾਸਟ ਸ਼ੈੱਲ 'ਚ A ਦਾ ਨਿਊਕਲੀਅਸ ਵਿੱਚ ਸ਼ੈੱਲ ਹੋਏਗਾ, ਇਹ ਦੂਜਾ ਸ਼ੈੱਲ ਪੈ ਜਾਏਗਾ। ਇੱਥੇ ਕੀ ਸੀਗਾ, K ਹੀ ਸੀਗਾ, ਇੱਥੇ K ਸੀਗਾ ਤੇ ਨਾਲ ਦੂਜਾ ਸ਼ੈੱਲ L ਵੀ ਆ ਗਿਆ। ਇੱਥੇ ਤੁਸੀਂ ਸੋਡੀਅਮ ਤੱਕ ਜਾਓਗੇ ਤਾਂ ਕੀ ਆਏਗਾ, M ਸ਼ੈੱਲ ਆ ਜਾਏਗਾ, ਯਾਨੀ ਕਿ K ਵੀ ਹੋਏਗਾ ਸੋਡੀਅਮ 'ਚ, L ਵੀ ਹੋਏਗਾ ਤੇ M ਵੀ ਹੋਏਗਾ। ਨੈਕਸਟ ਕੀ ਹੋਏਗਾ, N ਵੀ ਹੋਏਗਾ। ਯਾਨੀ ਕਿ ਸਾਈਜ਼ ਦੇਖੋ, A ਨਿਊਕਲੀਅਸ ਹੈ, ਇਹ K ਸ਼ੈੱਲ ਹੈ, ਕੋਈ ਐਟਮ A ਹੈ, ਇਹ ਨਿਊਕਲੀਅਸ ਹੈ, ਉਹਦੇ 2 ਸ਼ੈੱਲ ਹਨ। ਸਾਈਜ਼ ਕਿਹਦਾ ਵੱਡਾ ਹੋਇਆ, ਇਹਦਾ ਛੋਟਾ, ਕਿਉਂਕਿ ਇਹਦੇ 'ਚ ਹੋਰ ਸ਼ੈੱਲ ਹਨ। ਤਾਂ ਜਿੱਦਾਂ ਅਸੀਂ ਗਰੁੱਪ 'ਚ ਥੱਲੇ ਜਾਂਦੇ ਹਨ, ਨਿਊ ਸ਼ੈਲਸ ਆਰ ਐਡਿਡ, ਨਵੇਂ ਸੈੱਲ ਐਡ ਹੋਈ ਜਾਂਦੇ ਹਨ, ਕਿਉਂਕਿ ਇਲੈਕਟ੍ਰੋਨ ਨੂੰ ਰੱਖਣਾ ਹੁੰਦਾ ਹੈ। ਤਾਂ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਟ੍ਰੈਂਡ ਐਟੋਮਿਕ ਸਾਈਜ਼ ਦਾ
if we move down the group, atomic size की होएगा, will increase। वजह क्या है दी? क्योंकि जिद्दां ही असी as we move down to the group, the new shells are getting added। ਨਵੇਂ ਸ਼ੈਲ ਐਡ ਹੋ ਰਹੇ ਹਨ। ਤੁਸੀਂ ਲਿਥੀਅਮ, ਸੋਡੀਅਮ ਤੇ ਪੋਟਾਸ਼ੀਅਮ ਦਾ ਬਣਾ ਕੇ ਵੇਖੋ, ਤੁਹਾਨੂੰ ਆਪੇ ਸਮਝ ਆ ਜਾਣਾ। ਪੋਟਾਸ਼ੀਅਮ ਨੂੰ ਬਣਾਉਣ ਵਾਸਤੇ ਤੁਹਾਨੂੰ 4 ਸ਼ੈਲ ਬਣਾਉਣੇ ਪੈਣੇ ਆ, ਸੋਡੀਅਮ ਵਾਸਤੇ 3 KLM, ਲਿਥੀਅਮ ਵਾਸਤੇ L ਤੱਕ ਹੀ ਚਲੇਗਾ, ਤੇ ਹਾਈਡਰੋਜਨ ਨੂੰ ਇੱਕੋ ਸ਼ੈਲ ਚਾਹੀਦਾ, ਤਾਂ ਹੀ ਕਰਕੇ ਇਹਦਾ ਸਾਈਜ਼ ਛੋਟਾ ਹੋਏਗਾ। ਇਹ ਜਿਹੜਾ ਟ੍ਰੈਂਡ ਹੋਏਗਾ ਸਾਰੇ ਗਰੁੱਪ 'ਚ ਪਾਇਆ ਜਾਏਗਾ, ਸਿਰਫ ਪਹਿਲਾਂ ਨਹੀਂ। ਪਹਿਲਾਂ ਤਾਂ ਅਸੀਂ ਐਗਜ਼ਾਮਪਲ ਵਾਸਤੇ ਸਮਝਿਆ। ਹੁਣ ਦੇਖੋ, ਯਾਨੀ ਕਿ ਅਗਰ ਮੈਂ ਸਿਰਫ ਇੱਥੇ ਸਾਈਜ਼ ਦਾ ਹਿਸਾਬ ਲਿਖਾਂ ਤਾਂ ਇਹ ਜੇ ਇੰਨਾ ਕੁ ਹੁੰਦਾ ਹੈ, ਲੀਥੀਅਮ ਵੱਡਾ ਹੋਏਗਾ, ਸੋਡੀਅਮ ਉਸ ਤੋਂ ਵੱਡਾ ਹੋਏਗਾ, ਪੋਟਾਸ਼ੀਅਮ ਉਸ ਤੋਂ ਵੱਡਾ ਹੋਏਗਾ, ਰੂਬੀਡੀਅਮ ਉਸ ਤੋਂ ਵੀ ਵੱਡਾ ਹੋਏਗਾ, ਸੀਜ਼ੀਅਮ ਉਸ ਤੋਂ ਵੀ ਵੱਡਾ ਹੋਏਗਾ, ਤੇ ਫ੍ਰੈਂਸ਼ੀਅਮ ਉਸ ਤੋਂ ਵੀ ਵੱਡਾ ਹੋਏਗਾ। ਇਹ ਹਰ ਪਾਸੇ ਹੋਣਾ ਹੈ। ਜੇ ਤੁਸੀਂ ਕੋਈ ਵੀ ਗਰੁੱਪ ਪੜ੍ਹ ਲਓ, ਇੱਥੇ ਬੋਰੋਨ ਦਾ ਗਰੁੱਪ ਪੜ੍ਹਿਆ, ਇਹਦਾ ਕੁਝ ਸਾਈਜ਼ ਹੋਏਗਾ, ਉਸ ਐਲੂਮੀਨੀਅਮ ਉਸ ਤੋਂ ਵੱਡਾ ਹੀ ਹੋਣਾ ਹੈ, ਕਿਉਂਕਿ ਨਵਾਂ ਸ਼ੈਲ ਆ ਜਾਣਾ ਹੈ। ਉਸ ਤੋਂ ਵੱਡਾ ਗੈਲੀਅਮ, ਉਸ ਤੋਂ ਵੱਡਾ ਇੰਡੀਅਮ, ਉਸ ਤੋਂ ਵੱਡਾ ਥੈਲੀਅਮ, ਉਸ ਤੋਂ ਵੱਡਾ ਥੱਲੇ ਵਾਲਾ ਐਲੀਮੈਂਟ। ਦੇਖੋ, ਜਿੱਦਾਂ ਅਸੀਂ ਗਰੁੱਪ ਦੇ ਥੱਲੇ ਜਾ ਰਹੇ ਹਾਂ, ਐਟਮ ਦਾ ਸਾਈਜ਼ ਵੱਡਾ ਹੋਈ ਜਾ ਰਿਹਾ ਹੈ। ਵਜ੍ਹਾ ਸਾਨੂੰ ਪਤਾ ਹੋਣੀ ਚਾਹੀਦੀ ਹੈ, ਨਵੇਂ ਸ਼ੈਲ ਐਡ ਹੋ ਰਹੇ ਹਨ, ਤਾਂ ਕਰਕੇ ਐਟਮ ਦਾ ਸਾਈਜ਼ ਜਿਹੜਾ ਹੈ ਉਹ ਵਧੀ ਜਾ ਰਿਹਾ ਹੈ। ਐਟਮ ਦੇ ਸਾਈਜ਼ ਦਾ ਕਹਿਣ ਦਾ ਭਾਵ ਕੀ ਹੈ? ਨਿਊਕਲੀਅਸ ਹੁੰਦਾ ਹੈ ਜੀ ਸੈਂਟਰ 'ਚ, ਆਊਟਰ ਮੋਸਟ ਸ਼ੈਲ ਜਿਹੜਾ ਹੋਏਗਾ, ਬੜੇ ਸ਼ੈਲ ਹੋ ਸਕਦੇ ਨੇ, ਇੱਥੇ ਤੱਕ ਜਿਹੜਾ ਡਿਸਟੈਂਸ ਹੋਏਗਾ ਉਹ ਵਧਣਾ ਹੀ ਹੈ, ਕਿਉਂਕਿ ਨਵਾਂ ਸ਼ੈਲ ਆਏਗਾ। ਜੇ ਇੱਕ ਹੋਰ ਸ਼ੈਲ ਆ ਜਾਂਦਾ ਤਾਂ ਇਹ ਡਿਸਟੈਂਸ ਵੱਧ ਗਿਆ ਨਾ। ਹੁਣ ਐਟਮ ਦਾ ਸਾਈਜ਼ ਜਿਹੜਾ ਹੋ ਗਿਆ ਵੱਡਾ ਹੋ ਗਿਆ, ਤੇ ਹਿਸਾਬ ਨਾਲ ਅਸੀਂ ਸਮਝ ਸਕਦੇ ਹਾਂ। ਹੁਣ ਤਾਂ ਇਹ ਤਾਂ ਅਸੀਂ ਗੱਲ ਕੀਤੀ ਸੀ ਜਦੋਂ ਗਰੁੱਪ 'ਚ ਅਸੀਂ ਉੱਪਰੋਂ ਥੱਲੇ ਆਏ ਸੀ। ਜੇ ਅਸੀਂ ਪੀਰੀਅਡ 'ਚ ਚੱਲੀਏ, ਲੈਫਟ ਟੂ ਰਾਈਟ, ਐਟੋਮਿਕ ਸਾਈਜ਼ ਲੈਫਟ ਟੂ ਰਾਈਟ ਜਾਈਏ ਤਾਂ ਕੀ ਹੋਏਗਾ? ਦੇਖੋ, ਜਦੋਂ ਵੀ ਅਸੀਂ ਕਿਸੇ ਵੀ ਪੀਰੀਅਡ 'ਚ ਹਨ, ਇਹਦਾ ਮਤਲਬ ਕੀ ਹੈ? ਇੱਕੋ ਹੀ ਸ਼ੈਲ ਹੈ, ਸ਼ੈਲ ਚੇਂਜ ਨਹੀਂ ਹੁੰਦਾ ਪਿਆ। ਸ਼ੈਲ ਜਦੋਂ ਐਡ ਹੁੰਦਾ ਜਦੋਂ ਤੁਹਾਡਾ ਪੀਰੀਅਡ ਚੇਂਜ ਹੁੰਦਾ ਹੈ, ਉਸ ਤੋਂ ਪਹਿਲੇ ਹੀ ਨਹੀਂ। ਯਾਨੀ ਕਿ ਜੇ ਤੁਸੀਂ ਇੱਥੇ 3rd ਪੀਰੀਅਡ ਤੇ ਹੈਗੇ ਹੋ, 1st, 2nd, 3rd ਪੀਰੀਅਡ 'ਚ, ਤਾਂ ਕਿਹੜਾ ਸ਼ੈਲ ਹੈ? ਇਹਨਾਂ ਸਾਰਿਆਂ ਨੇ, ਇਸ ਜਿਹੜੇ ਐਲੀਮੈਂਟਸ ਹੈਗੇ ਆ ਜਿਹੜੇ ਇਸ ਪੀਰੀਅਡ 'ਚ, ਉਹਨਾਂ ਨੇ ਇੱਕੋ ਸ਼ੈਲ ਹੀ ਯੂਜ਼ ਕਰਨਾ ਹੈ। ਨਾ ਦੱਸ ਸਕਦੇ ਉਹਦਾ, ਇਹਦਾ ਜੇ K ਹੈ, ਇਹਦਾ L, ਤਾਂ ਲਾਸਟ ਸ਼ੈਲ ਕਿਹੜਾ ਹੋਏਗਾ ਸਾਰਿਆਂ ਦਾ? M ਹੀ ਹੋਏਗਾ। ਸੋਡੀਅਮ ਦਾ ਵੀ, ਮੈਗਨੀਸ਼ੀਅਮ ਦਾ ਵੀ, ਬਸ ਵੈਲੈਂਸ ਇਲੈਕਟ੍ਰੋਨ ਅਲੱਗ ਹੋ ਜਾਣਗੇ। ਇਹਦੇ 'ਚ ਇੱਕ ਹੋਣਗੇ, ਇਹਦੇ 'ਚ ਇੱਕ ਹੋਏਗਾ, ਇਹਦੇ 'ਚ 2 ਹੋਣਗੇ, ਇਹਦੇ 'ਚ 3, 4, 5, 6, ਜਿੱਦਾਂ ਅਸੀਂ ਗਿਣਿਆ ਸੀ। ਇਹਦੇ ਕਾਰਨ ਜਿਹੜਾ ਸਾਈਜ਼ ਹੈ ਐਟੋਮਿਕ ਸਾਈਜ਼, ਉਹ ਇਨਕਰੀਜ਼ ਨਹੀਂ ਹੁੰਦਾ, ਕਿਉਂਕਿ ਐਟੋਮਿਕ ਸਾਈਜ਼ ਵਧੇਗਾ ਕਦੋਂ? ਜਦੋਂ ਨਵਾਂ ਸ਼ੈਲ ਆਏਗਾ। ਇੱਥੇ ਤਾਂ ਨਵਾਂ ਸ਼ੈਲ ਕੋਈ ਐਡ ਨਹੀਂ ਹੋ ਰਿਹਾ, ਇੱਕੋ ਸ਼ੈਲ 'ਚ ਇਲੈਕਟ੍ਰੋਨ ਵੱਧ ਰਹੇ ਹਨ। ਤਾਂ ਜਿਹੜਾ ਨਿਊਕਲੀਅਸ ਹੈ ਉਹਦੇ ਨੰਬਰ ਆਫ ਪ੍ਰੋਟੋਨ ਤਾਂ ਵਧਣਗੇ, ਪਰ ਜਿਹੜਾ ਸ਼ੈਲ ਹੈ ਉਹਦੇ 'ਚ ਇਲੈਕਟ੍ਰੋਨ ਵੀ ਵਧਣਗੇ। ਜੇ ਅਸੀਂ ਲੈਫਟ ਟੂ ਰਾਈਟ ਜਾਈਏ, ਦੇਖੋ ਇੱਥੇ ਲੀਥੀਅਮ, ਬੈਰੀਲੀਅਮ 4 ਹੋ ਗਿਆ, ਇਹਦਾ ਮਤਲਬ ਪ੍ਰੋਟੋਨ 4 ਹੋ ਗਏ, ਬਟ ਇਲੈਕਟ੍ਰੋਨ ਜਿਹੜੇ ਹੈਗੇ ਆ ਉਹ ਸੇਮ ਸ਼ੈਲ 'ਚ ਹੀ ਹਨ, ਇਸੇ ਸ਼ੈਲ 'ਚ ਹਨ। ਫੋਰ ਐਗਜ਼ਾਮਪਲ ਮੰਨ ਲਓ, ਤਾਂ ਇਹਨਾਂ ਕਰਕੇ ਇਹਨਾਂ ਦੀ ਅਟਰੈਕਸ਼ਨ ਜਿਹੜੀ ਹੋਏਗੀ, ਇਹਦੀ ਅਟਰੈਕਸ਼ਨ ਕਰਕੇ ਸਾਈਜ਼ ਇਹਦਾ ਛੋਟਾ ਹੋ ਜਾਏਗਾ। ਥੋੜਾ ਜਿਹਾ ਕਹਿ ਸਕਦੇ ਹੋ ਨਿਊਕਲੀਅਸ ਆਪਣੇ ਪਾਸੇ ਨੂੰ ਇਹਨਾਂ ਇਲੈਕਟ੍ਰੋਨਾਂ ਨੂੰ ਖਿੱਚ ਲਏਗਾ ਆਪਣੇ ਪਾਸੇ, ਕਿਉਂਕਿ ਇੱਕੋ ਸ਼ੈਲ 'ਚ ਹੀ ਇਲੈਕਟ੍ਰੋਨ ਐਡ ਹੋ ਰਹੇ ਨੇ, ਦੂਰ ਨਹੀਂ ਜਾ ਰਹੇ, ਨਵੇਂ ਸ਼ੈਲ 'ਚ ਨਹੀਂ ਜਾ ਰਹੇ, ਇੱਥੇ ਹੀ ਆਉਂਦੇ ਪਏ ਨੇ, ਤਾਂ ਨਿਊਕਲੀਅਸ ਇਹਨਾਂ ਨੂੰ ਥੋੜਾ ਜਿਹਾ ਆਪਣੇ ਕੋਲ ਖਿੱਚ ਲਏਗਾ। ਤਾਂ ਅਸੀਂ ਕਹਿ ਸਕਦੇ ਹਾਂ, ਅਗਰ ਅਸੀਂ ਪੀਰੀਅਡਸ 'ਚ ਲੈਫਟ ਟੂ ਰਾਈਟ ਜਾਈਏ ਤਾਂ ਜਿਹੜਾ ਸਾਡਾ ਐਟੋਮਿਕ ਸਾਈਜ਼ ਹੈ ਉਹ ਡਿਕਰੀਜ਼ ਹੋਏਗਾ, ਘਟੇਗਾ, ਡਿਕਰੀਜ਼ ਹੋਏਗਾ। ਯਾਨੀ ਕਿ ਮੈਂ ਤੁਹਾਨੂੰ ਵਿਖਾਣਾ ਹੋਵੇ, ਜੇ ਇੱਥੇ, ਤਾਂ ਜੇ ਮੈਂ ਸੈਕਿੰਡ ਇੱਥੇ ਦੇਖਾਂ ਪੀਰੀਅਡ ਦਾ, ਜੇ ਇਹਦਾ ਸਾਈਜ਼ ਇੰਨਾ ਹੈ, ਹੁਣ ਕੰਪੇਅਰ ਕਰ ਰਹੇ ਹਾਂ ਤਾਂ ਕਰਕੇ ਇਹਨੂੰ ਥੋੜਾ ਵੱਡਾ ਸਾਈਜ਼ ਰੱਖਿਆ, ਬੈਰੀਲੀਅਮ ਛੋਟਾ ਹੋਏਗਾ, ਉਸ ਤੋਂ ਛੋਟਾ ਇਹ, ਉਸ ਤੋਂ ਛੋਟਾ ਇਹ, ਉਸ ਤੋਂ ਛੋਟਾ ਇਹ, ਛੋਟਾ, ਸਭ ਤੋਂ ਛੋਟਾ ਫਲੋਰੀਨ। ਠੀਕ ਹੈ, ਇੱਦਾਂ ਅਸੀਂ ਸਮਝਣਾ ਹੈ। ਯਾਨੀ ਕਿ ਜੇ ਲੈਫਟ ਟੂ ਰਾਈਟ ਜਾਈਏ ਤਾਂ ਸਾਡੇ ਜਿਹੜੇ ਐਟਮ ਦੇ ਸਾਈਜ਼ ਹਨ ਉਹ ਘਟੀ ਜਾ ਰਹੇ ਨੇ। ਇਹ ਹਰ ਇੱਕ ਪੀਰੀਅਡ 'ਚ ਹੋਵੇਗਾ, ਇੱਥੇ ਵੀ ਇੱਦਾਂ ਹੀ ਹੋਏਗਾ। ਹੁਣ ਅਸੀਂ ਟ੍ਰੈਂਡ ਦੇਖੋ ਕਿੱਦਾਂ ਵੇਖ ਰਹੇ ਹਾਂ। ਜੇ ਹੁਣ ਮੈਂ ਤੁਹਾਨੂੰ 2-3 ਕੁਐਸਚਨ ਪੁੱਛਾਂ, ਐਲੂਮੀਨੀਅਮ ਦਾ ਵੱਡਾ ਹੈਗਾ ਐਟਮ ਜਾਂ ਸਿਲੀਕੌਨ ਦੇ ਐਟਮ ਦਾ ਸਾਈਜ਼ ਵੱਡਾ ਹੈ?
ਅਸੀਂ ਕੀ ਕਹਿਣਾ ਹੈ, ਸਿਲੀਕॉन ਦਾ ਛੋਟਾ ਹੈ ਕਿਉਂਕਿ ਇਹ ਰਾਈਟ ਸਾਈਡ ਨੂੰ ਹੈ। ਇਲੈਕਟ੍ਰੋਨ ਵਧੇਗਾ ਤਾਂ ਪ੍ਰੋਟੋਨ ਵੀ ਤਾਂ ਵੱਧ ਜਾਣਾ, ਪ੍ਰੋਟੋਨ ਨੇ ਖਿੱਚ ਲੈਣਾ ਇਲੈਕਟ੍ਰੋਨ ਨੂੰ ਕਿਉਂਕਿ ਸ਼ੈਲ ਨਵਾਂ ਨਹੀਂ ਹੈਗਾ, ਛੋਟਾ ਕਰ ਦੇਣਾ ਐਟਮ ਨੂੰ। ਹੁਣ ਜੇ ਅਸੀਂ ਗਰੁੱਪ 'ਚ ਚਲੀਏ, ਕਾਰਬਨ ਵੱਡਾ ਹੈ ਕਿ ਸਿਲੀਕॉन ਵੱਡਾ ਹੈ, ਅਸੀਂ ਕਹਿਣਾ ਸਿਲੀਕॉन ਵੱਡਾ ਹੈ ਕਾਰਬਨ ਤੋਂ। ਕਿਉਂ? ਥੱਲੇ ਨਵਾਂ ਸ਼ੈਲ ਐਡ ਹੋ ਗਿਆ, ਐਟਮ ਸਾਈਜ਼ ਇੰਕਰੀਜ਼ ਹੋ ਗਿਆ। ਤਾਂ ਇਹ ਸਾਡਾ ਸੈਕੰਡ ਟ੍ਰੈਂਡ ਹੈ, ਐਟੋਮਿਕ ਸਾਈਜ਼ ਕਿੱਦਾਂ ਚੱਲਦਾ ਹੈ ਪੀਰੀਓਡਿਕ ਟੇਬਲ 'ਚ। ਜਿਹੜਾ ਅਸੀਂ ਲਾਸਟ ਟ੍ਰੈਂਡ ਦੇਖਣਾ ਹੈ ਉਹ ਦੇਖਣਾ ਹੈ ਮੈਟਲ ਐਂਡ ਨॉन ਮੈਟਲ ਪ੍ਰੋਪਰਟੀਜ਼। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਨॉन ਮੈਟਲ ਕਿੱਥੇ ਹੋਣਗੇ ਤੇ ਮੈਟਲਸ ਕਿੱਥੇ ਹੋਣਗੇ। ਇਹਦੇ ਵਾਸਤੇ ਅਸੀਂ ਇੱਕ ਬਾਉਂਡਰੀ ਲਾਈਨ ਯਾਦ ਰੱਖਣੀ ਹੈ, ਇੱਕ ਜ਼ਿਗਜ਼ੈਗ ਲਾਈਨ ਯਾਦ ਰੱਖਣੀ ਹੈ। ਜਿਵੇਂ ਦੋ ਨਕਸ਼ਿਆਂ 'ਚ ਇੰਡੀਆ ਪਾਕਿਸਤਾਨ ਦੇ ਵਿੱਚ ਇੱਕ ਲਾਈਨ ਹੁੰਦੀ ਹੈ, ਬਾਉਂਡਰੀ ਦੀ ਲਾਈਨ। ਸਾਨੂੰ ਪਤਾ ਹੁੰਦਾ ਹੈ ਇੱਧਰਲੇ ਪਾਸੇ ਇੰਡੀਆ ਹੋਏਗਾ, ਇੱਧਰਲੇ ਪਾਸੇ ਪਾਕਿਸਤਾਨ ਹੋਏਗਾ। ਉਸੇ ਹਿਸਾਬ ਨਾਲ ਅਸੀਂ ਇੱਕ ਲਾਈਨ ਹੁਣ ਡਰਾਅ ਕਰਨ ਲੱਗੇ ਹਾਂ। ਇਸ ਲਾਈਨ ਦਾ ਤੁਸੀਂ ਧਿਆਨ ਰੱਖਣਾ ਹੈ ਤੇ ਇੱਥੇ ਜਿਹੜੇ ਐਲੀਮੈਂਟਸ ਪਏ ਹਨ ਉਹ ਵੀ ਇੰਪੋਰਟੈਂਟ ਹਨ। ਗੱਲ ਕਰਦੇ ਹਾਂ, ਪਹਿਲੇ ਲਾਈਨ ਡਰਾਅ ਕਰ ਲਈਏ। ਲਾਈਨ ਸਟਾਰਟ ਹੋਏਗੀ ਇਹ ਬੋਰੋਨ ਦੇ ਨਾਲ, ਇੱਥੇ ਕਲਰ ਹੋ ਲੈ ਲਈਏ, ਰੈੱਡ ਕਲਰ ਨਾਲ ਦੱਸਦੇ ਹਾਂ। ਇੱਥੋਂ ਸਟਾਰਟ ਹੋਈ, ਜ਼ਿਗਜ਼ੈਗ ਕਿਹਾ ਕਿਉਂਕਿ ਸਿੱਧੇ ਸਿੱਧੇ ਨਹੀਂ ਜਾਣਾ ਇਸ ਲਾਈਨ ਨੇ। ਫਿਰ ਇੱਧਰ ਦੇਖੋ ਜਾ ਰਹੀ ਨਾ, ਇਹਨੂੰ ਕਹਿੰਦੇ ਨੇ ਜ਼ਿਗਜ਼ੈਗ ਲਾਈਨ, ਯਾਨੀ ਕਿ ਮੋੜ ਕੱਟੀ ਜਾ ਰਹੀ ਹੈ ਬਾਰ ਬਾਰ। ਇੱਥੇ ਤੱਕ ਆਰਸੈਨਿਕ ਆ ਗਿਆ, ਫਿਰ ਆਰਸੈਨਿਕ ਦੇ ਥੱਲੇ ਫਿਰ ਮੁੜ ਗਈ, ਫਿਰ ਐਂਟੀਮਨੀ ਹੈ SB ਇੱਥੇ ਆਈ, ਫਿਰ ਇੱਧਰ ਇੱਥੇ ਤੱਕ ਇਹ ਲਾਈਨ ਰਹੀ। ਇਸ ਜ਼ਿਗਜ਼ੈਗ ਲਾਈਨ ਨੂੰ ਤੁਸੀਂ ਯਾਦ ਰੱਖਣਾ ਹੈ। ਹੁਣ ਇੱਕ ਹੋਰ ਇੰਪੋਰਟੈਂਟ ਚੀਜ਼ ਹੈ, ਇੱਥੇ ਜਿਹੜੀ ਬਾਰਡਰ ਲਾਈਨ ਐਲੀਮੈਂਟ ਹੋਣਗੇ ਕੁਝ, ਉਹ ਤੁਸੀਂ ਯਾਦ ਰੱਖਣੇ ਹਨ। ਉਹ ਮੈਂ ਇੱਥੇ ਪਾ ਦਿੰਦਾ। ਜਿਵੇਂ ਹੋਇਆ ਸਾਡਾ ਬੋਰੋਨ, ਸਿਲੀਕॉन ਜ਼ਿਗਜ਼ੈਗ ਦੇ ਨਾਲ ਹੀ ਚੱਲ ਰਹੇ ਹਾਂ, ਆਰਸੈਨਿਕ, ਟੈਲੂਰੀਅਮ। ਓਕੇ, ਹੁਣ ਜ਼ਿਗਜ਼ੈਗ ਦੇ ਥੱਲੇ ਵੀ ਦੋ ਐਲੀਮੈਂਟ ਯਾਦ ਕਰ ਰੱਖਣੇ ਹਨ ਤੁਸੀਂ। ਜਰਮੇਨੀਅਮ ਦੱਸ ਸਕਦੇ ਹੋ, ਇੱਕ ਆ ਸਿਲੀਕॉन, ਸਿਲੀਕॉन ਦੇ ਥੱਲੇ ਜਰਮੇਨੀਅਮ, ਉਸ ਹਿਸਾਬ ਨਾਲ ਯਾਦ ਹੋ ਜਾਣਾ ਹੈ। ਇੱਕ ਆ ਸਿਲੀਕॉन ਕਿਹਾ ਸੀ ਨਾ ਮੈਂਡਲੀਵ ਨੇ ਇਹਨੂੰ, ਇਹ ਹੈਗਾ ਜਰਮੇਨੀਅਮ। ਇਹਨੂੰ ਵੀ ਸ਼ੇਡ ਕੀਤਾ ਹੋਇਆ ਮੈਂ। ਐਂਟੀਮਨ ਇਹਨੂੰ ਨਹੀਂ ਕੀਤਾ। ਉਹਦੇ ਬਾਅਦ ਇੱਥੇ ਥੱਲੇ ਪੋਲੋਨੀਅਮ, ਇਹਨੂੰ ਵੀ ਸ਼ੇਡ ਕਰਤਾ। ਇਹ ਜਿਹੜੇ ਐਲੀਮੈਂਟ ਹੋਣਗੇ ਇਹਨਾਂ ਦੀ ਪ੍ਰੋਪਰਟੀ ਜਿਹੜੀ ਹੋਏਗੀ ਨਾ ਮੈਟਲ ਵਰਗੀ ਹੋਏਗੀ ਨਾ ਨॉन ਮੈਟਲ, ਦੋਨਾਂ 'ਚ ਇਹਦੀ ਪ੍ਰੋਪਰਟੀ ਹੋਏਗੀ। ਯਾਨੀ ਕਿ ਕਹਿ ਸਕਦੇ ਹਾਂ ਇਹ ਪਿੰਡ ਉਹ ਹਨ ਜਿਹੜੇ ਬਾਰਡਰ 'ਤੇ ਹਨ, ਜਿਹੜੇ ਅਸੀਂ ਕਹਿ ਸਕਦੇ ਹਾਂ ਪਾਕਿਸਤਾਨ 'ਚ ਵੀ ਆਉਂਦੇ ਆ ਅਤੇ ਹਿੰਦੁਸਤਾਨ 'ਚ ਵੀ ਆਉਂਦੇ ਆ। ਉਸ ਹਿਸਾਬ ਨਾਲ ਇਹਨਾਂ ਨੂੰ ਕੀ ਕਹਿੰਦੇ ਆ, ਮੈਟਲੋਇਡ ਕਹਿੰਦੇ ਆ। ਕਿਹੜੇ ਕਿਹੜੇ ਹੋਏ ਬਾਰਡਰ ਲਾਈਨ ਐਲੀਮੈਂਟਸ? ਬੋਰੋਨ, ਸਿਲੀਕॉन, ਆਰਸੈਨਿਕ, ਟੈਲੂਰੀਅਮ। ਅਤੇ ਹੁਣ ਬਾਰਡਰ ਲਾਈਨ ਦੇ ਥੱਲੇ ਜਰਮੇਨੀਅਮ ਅਤੇ ਪੋਲੋਨੀਅਮ। ਥੱਲੇ ਕਿੰਨੇ ਹਨ? 2, ਅਤੇ ਉੱਪਰ ਹਨ 1 2 3 4। ਅਸੀਂ 4 ਉੱਪਰਲੇ ਯਾਦ ਰੱਖਣੇ ਹਨ ਅਤੇ 2 ਥੱਲੜੇ, 6 ਟੋਟਲ ਯਾਦ ਰੱਖਣੇ ਹਨ। ਇਹਨਾਂ ਨੂੰ ਅਸੀਂ ਕਹਾਂਗੇ ਮੈਟਲੋਇਡਸ। ਇਹ ਕੀ ਹੈਗੇ ਆ? ਮੈਟਲੋਇਡਸ ਹੈਗੇ ਆ। ਇਹ ਨਾ ਮੈਟਲਸ 'ਚ ਆਉਂਦੇ ਹਨ ਨਾ ਨॉन ਮੈਟਲਸ 'ਚ ਆਉਂਦੇ ਹਨ। ਹੁਣ ਇਹ ਜਿਹੜੀ ਬਾਉਂਡਰੀ ਲਾਈਨ ਹੈ ਇਹਦੇ ਐਲੀਮੈਂਟ ਦੇਖ ਲਈਏ। ਪਹਿਲੇ ਸਭ ਤੋਂ ਪਹਿਲੇ ਦੇਖਿਆ ਅਸੀਂ ਸੈਮੀ ਮੈਟਲਸ ਕਹਿੰਦੇ ਆ ਇਹਨਾਂ ਨੂੰ, ਜਾਂ ਇਹਨਾਂ ਨੂੰ ਕਹਿੰਦੇ ਆ ਅਸੀਂ ਮੈਟਲੋਇਡਸ। ਯਾਨੀ ਕਿ ਮੈਟਲ ਵਰਗੇ ਵੀ ਅਤੇ ਸੈਮੀ ਮੈਟਲ ਵਰਗੇ ਵੀ। ਕਿਉਂ ਕਹਿੰਦੇ ਆ? ਕਿਉਂਕਿ ਦੇਖੋ ਸਾਡੇ ਪੀਰੀਓਡਿਕ ਟੇਬਲ 'ਚ ਇਹ ਬਾਉਂਡਰੀ ਲਾਈਨ 'ਚ ਹਨ। ਇਹ ਜਿਹੜੀ ਜ਼ਿਗਜ਼ੈਗ ਲਾਈਨ ਹੈ ਸਾਡੇ ਪੀਰੀਓਡਿਕ ਟੇਬਲ 'ਤੇ, ਇਹਦੇ ਕੋਲ ਹਨ ਇਹ ਐਲੀਮੈਂਟਸ। ਇਹ ਅਸੀਂ ਪਾਇਆ ਕਿ ਇਹਨਾਂ ਦੀ ਪ੍ਰੋਪਰਟੀ ਜਿਹੜੀ ਹੈਗੀ ਹੈ ਉਹ ਮੈਟਲ ਵਰਗੀ ਅਤੇ ਨॉन ਮੈਟਲ ਦੋਨੋਂ ਵਰਗੀ ਪਾਈ ਜਾਂਦੀ ਹੈ। ਤਾਂ ਕਰਕੇ ਇਹਨਾਂ ਨੂੰ ਮੈਟਲੋਇਡਸ ਜਾਂ ਕਿਹਾ ਜਾਂਦਾ ਹੈ ਸੈਮੀ ਮੈਟਲਸ। ਕਿਹੜੇ ਹੈਗੇ ਆ? ਦੇਖੋ ਬੋਰੋਨ, ਸਿਲੀਕॉन, ਆਰਸੈਨਿਕ, ਟੈਲੂਰੀਅਮ। ਉੱਪਰ ਦੇ 4 ਅਤੇ ਥੱਲੇ ਐਕਾ ਸਿਲੀਕॉन ਯਾਨੀ ਕਿ ਜਰਮੇਨੀਅਮ, ਅਤੇ ਟੈਲੂਰੀਅਮ ਦੇ ਥੱਲੇ ਪੋਲੋਨੀਅਮ। ਹੁਣ ਅਸੀਂ ਜੇ ਪਾਕਿਸਤਾਨ ਅਤੇ ਇੰਡੀਆ ਦੀ ਬਾਉਂਡਰੀ ਰੱਖ ਲਈ, ਹੁਣ ਅਸੀਂ ਦੱਸਾਂਗੇ ਕਿਸ ਪਾਸੇ ਇੰਡੀਆ ਅਤੇ ਕਿਸ ਪਾਸੇ ਪਾਕਿਸਤਾਨ। ਜੇ ਤੁਸੀਂ ਦੇਖੋ ਇਸ ਜ਼ਿਗਜ਼ੈਗ ਲਾਈਨ ਦੇ ਰਾਈਟ ਸਾਈਡ ਤਾਂ ਤੁਹਾਨੂੰ ਮਿਲਣਗੇ ਨॉन ਮੈਟਲਸ। ਇਹ ਸਾਰੇ ਐਲੀਮੈਂਟਸ ਜਿਹੜੇ ਹੈਗੇ ਆ ਉਹ ਨॉन ਮੈਟਲਸ ਹੈਗੇ ਆ। ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਸਲਫਰ, ਕਲੋਰੀਨ, ਬ੍ਰੋਮੀਨ, ਆਇਓਡੀਨ, ਇਹ ਸਾਰੇ ਕੀ ਹਨ? ਸਾਰੇ ਸਾਡੇ ਨॉन ਮੈਟਲ ਹਨ। ਇਹਨਾਂ ਨੂੰ ਵੀ ਨॉन ਮੈਟਲ ਹੀ ਕਹਿੰਦੇ ਹਾਂ।
ਵੈਸੇ ਹੈਗੀ ਕਿ ਇਹਨਾਂ ਦੀ ਸਪੈਸ਼ਲਿਟੀ ਹੈ, ਤਾਂ ਜਿਹੜੇ ਲਾਸਟ ਗਰੁੱਪ ਹੈ ਇਹਨਾਂ ਨੂੰ ਨੋਬਲ ਗੈਸ ਵੀ ਕਹਿੰਦੇ ਹਾਂ। ਤੇ ਜਿਹੜਾ ਸਾਡਾ ਹਾਈਡਰੋਜਨ ਹੈ ਇੱਕੋ ਹੀ ਦੇਖੋ ਵੱਖਰਾ ਜਿਹਾ ਰੱਖਿਆ ਹੋਇਆ ਇੱਥੇ ਲੈਫਟ ਸਾਈਡ ਤੇ, ਇਹ ਵੀ ਇੱਕ ਨੌਨ ਮੈਟਲ ਹੀ ਇਹਨੂੰ ਅਸੀਂ ਕਹਿੰਦੇ ਹਾਂ। ਬਟ ਇਹਨੂੰ ਰੱਖਿਆ ਇੱਥੇ ਕਿਉਂ ਜਾਂਦਾ ਹੈ ਹੁਣ ਸਮਝ ਲਓ, ਅਸੀਂ ਮੈਨਲੀ ਨਹੀਂ ਕਰ ਦੱਸ ਸਕਿਆ ਸੀ ਕਿ ਇਹਨੂੰ ਇੱਥੇ ਕਿਉਂ ਰੱਖਿਆ ਹੈ, ਪਰ ਮਾਡਰਨ ਪੀਰੀਓਡਿਕ ਟੇਬਲ 'ਚ ਅਸੀਂ ਕਹਿ ਸਕਦੇ ਹਾਂ ਇਹਨੂੰ ਅਸੀਂ ਤਾਂ ਕਰਕੇ ਰੱਖਿਆ ਹੈ ਕਿਉਂਕਿ ਦਾ ਵੈਲੈਂਸ ਇਲੈਕਟ੍ਰੋਨ ਇੱਕ ਹੈਗਾ ਇਸ ਗਰੁੱਪ 'ਚ, ਐਲਕਲੀ ਮੈਟਲ ਦੇ ਗਰੁੱਪ 'ਚ ਇਹ ਜਿਹੜਾ ਹੈਗਾ ਇਹ ਇੱਕ ਵੈਲੈਂਸ ਇਲੈਕਟ੍ਰੋਨ ਰੱਖਦਾ ਹੈ ਇਹਨਾਂ ਦੀ ਤਰ੍ਹਾਂ, ਤਾਂ ਕਰਕੇ ਅਸੀਂ ਇੱਥੇ ਗਰੁੱਪ 'ਚ ਇਹਨੂੰ ਰੱਖਿਆ ਹੋਇਆ ਹੈ। ਬਟ ਹਾਂ ਉਹ ਹਾਲੇ ਵੀ ਪ੍ਰੋਬਲਮ ਹੈ ਹੀ ਕਿਉਂਕਿ ਹਾਈਡਰੋਜਨ ਇੱਕ ਨੌਨ ਮੈਟਲ ਹੈ, ਪਰ ਥੱਲੇ ਦੇਖੋ ਸਾਰੇ ਮੈਟਲ ਹੈਗੇ ਆ। ਹੁਣ ਅਸੀਂ ਬਾਉਂਡਰੀ ਲਾਈਨ ਦੇ ਦੇਖ ਲਿਆ ਰਾਈਟ ਸਾਈਡ, ਤੇ ਲੈਫਟ ਸਾਈਡ ਅਸੀਂ ਅਗਰ ਵੇਖਾਂਗੇ ਤਾਂ ਸਾਨੂੰ ਸਾਰੇ ਕੀ ਮਿਲਨੇ ਹਨ, ਸਾਨੂੰ ਸਾਰੇ ਮੈਟਲ ਲੱਭਣੇ ਹਨ। ਇਹ ਸਾਰੇ ਮੈਟਲ ਹਨ। ਤਾਂ ਜ਼ਿਆਦਾਤਰ ਅਸੀਂ ਤੁਹਾਨੂੰ ਇੱਕ ਜਨਰਲ ਕੁਐਸਚਨ ਪੁੱਛਾਂ ਕਿ ਮੈਟਲ ਜ਼ਿਆਦਾ ਹੈਗੇ ਕਿ ਨੌਨ ਮੈਟਲ, ਤਾਂ ਤੁਸੀਂ ਕਹੋਗੇ ਮੈਟਲ ਜ਼ਿਆਦਾ ਹਨ। ਇਹ ਸਾਰੇ ਮੈਟਲਸ ਅਸੀਂ ਪੜ੍ਹੇ ਹੋਏ ਆ, ਦੇਖੋ ਲਿਥੀਅਮ, ਸੋਡੀਅਮ, ਮੈਗਨੀਸ਼ੀਅਮ, ਆਇਰਨ ਮੈਟਲ ਹੈ ਨਾ, ਨਿਕਲ, ਕਾਪਰ, ਅੱਛਾ ਸੋਨਾ ਕਿੱਥੇ ਹੈਗਾ, Au ਦੇਖੋ ਗੋਲਡ ਮਿਲ ਗਿਆ, ਸਿਲਵਰ ਮਿਲ ਗਿਆ, ਇਹ ਸਾਰੇ ਕੀ ਸੀਗੇ, ਇਹ ਸਾਰੇ ਮੈਟਲਸ ਹਨ। ਅਸੀਂ ਕਿੱਦਾਂ ਇਹਨਾਂ ਨੂੰ ਟ੍ਰੈਂਡ ਵੱਲੋਂ ਫੜ ਸਕਦੇ ਹਾਂ, ਜੇ ਸਾਨੂੰ ਇਹ ਜ਼ਿਗਜ਼ੈਗ ਲਾਈਨ ਪਤਾ ਲੱਗ ਜਾਏ ਤੇ ਬਾਉਂਡਰੀ ਐਲੀਮੈਂਟਸ ਪਤਾ ਹੋਣ ਤਾਂ ਅਸੀਂ ਰਾਈਟ ਸਾਈਡ ਵੇਖਣਾ ਹੈ। ਰਾਈਟ ਸਾਈਡ ਸਾਨੂੰ ਕੀ ਮਿਲਣਗੇ, ਸਾਨੂੰ ਮਿਲਣਗੇ ਨੌਨ ਮੈਟਲਸ। ਲੈਫਟ ਸਾਈਡ ਕੀ ਮਿਲੇਗਾ, ਲੈਫਟ ਸਾਈਡ ਸਾਨੂੰ ਮਿਲਣਗੇ ਮੈਟਲਸ। ਮੈਟਲਸ ਤੇ ਨੌਨ ਮੈਟਲਸ ਦੀ ਵਿਸ਼ੇਸ਼ਤਾ ਕੀ ਹੈ, ਇਹ ਸਾਰੇ ਇਲੈਕਟ੍ਰੋਨ ਦੇ ਸਕਦੇ ਹਨ। ਤੁਸੀਂ ਯਾਦ ਕਿੱਦਾਂ ਰੱਖਣਾ ਹੈ, ਦੇਖੋ ਸਾਨੂੰ ਪਤਾ ਹੈ NaCl ਯਾਦ ਹੈ ਨਾ, ਸੋਡੀਅਮ ਕਲੋਰੀਨ। ਸੋਡੀਅਮ ਕੀ ਕਰਦਾ ਸੀ, ਮੈਟਲ ਸੀਗਾ, ਇਲੈਕਟ੍ਰੋਨ ਦੇ ਸਕਦਾ ਹੈ। ਤਾਂ ਇੱਥੇ ਪਿਆ ਹੋਇਆ ਗਰੁੱਪ 'ਚ ਕਲੋਰੀਨ ਕਿੱਥੇ ਹੈਗਾ, ਦੇਖੋ ਇਸੇ ਪੀਰੀਅਡ 'ਚ ਇੱਥੇ 17ਵੇਂ ਗਰੁੱਪ 'ਚ ਇਹ ਇਲੈਕਟ੍ਰੋਨ ਇੱਕ ਲੈ ਸਕਦਾ ਹੈ ਕਿਉਂਕਿ ਇਹਦਾ ਬੈਲੈਂਸ ਇਲੈਕਟ੍ਰੋਨ ਹੁਣ ਯਾਦ ਹੋ ਜਾਣਾ, 17 ਨਾਲ 7 ਯਾਨੀ ਕਿ 7 ਹੈਗੇ ਇਹਦੇ ਵੈਲੈਂਸ ਇਲੈਕਟ੍ਰੋਨ। ਸੋਡੀਅਮ ਦਾ 11 ਨਾਲ ਤੁਹਾਨੂੰ ਇੱਕ ਯਾਦ ਹੋ ਜਾਣਾ, ਯਾਨੀ ਕਿ ਇੱਕ ਵੈਲੈਂਸ ਇਲੈਕਟ੍ਰੋਨ ਇਹਦਾ ਹੈਗਾ। ਤਾਂ ਕਰਕੇ ਅਸੀਂ ਕਹਿ ਸਕਦੇ ਹਾਂ ਜਿਹੜੇ ਮੈਟਲਸ ਹੈਗੇ ਆ, ਮੈਟਲਸ ਆਰ ਇਲੈਕਟ੍ਰੋ ਪੋਜ਼ਿਟਿਵ, ਮਤਲਬ ਇਹ ਚਾਹੁੰਦੇ ਆ ਸਾਡਾ ਇਲੈਕਟ੍ਰੋਨ ਚਲੇ ਜਾਵੇ। ਇਹ ਸਾਰੇ ਕੀ ਚਾਹੁੰਦੇ ਆ ਮੈਟਲਸ ਕਿ ਸਾਡਾ ਇਲੈਕਟ੍ਰੋਨ ਚੱਲ ਜਾਵਣ, ਅਸੀਂ ਪੋਜ਼ਿਟਿਵ ਹੋ ਜਾਈਏ, ਇਲੈਕਟ੍ਰੋ ਪੋਜ਼ਿਟਿਵ ਹੋ ਜਾਈਏ। ਤੇ ਜਿਹੜੇ ਨੌਨ ਮੈਟਲਸ ਹਨ ਦੱਸ ਸਕਦੇ ਹੋ ਕੀ ਕਰਦੇ ਹਨ, ਨੌਨ ਮੈਟਲਸ ਕੀ ਚਾਹੁੰਦੇ ਆ, ਕਲੋਰੀਨ ਕੀ ਚਾਹੁੰਦਾ ਹੈ ਮੇਰੇ ਕੋਲ ਇਲੈਕਟ੍ਰੋਨ ਆ ਜਾਵੇ, ਤਾਂ ਇਹਨਾਂ ਨੂੰ ਕਵਾਂਗੇ ਇਹ ਹੈਗੇ ਆ ਇਲੈਕਟ੍ਰੋ ਨੈਗੇਟਿਵ, ਇਲੈਕਟ੍ਰੋ ਨੈਗੇਟਿਵ ਹਨ। ਤੇ ਅਸੀਂ ਦੇਖਿਆ ਟ੍ਰੈਂਡ ਕੀ ਹੈ, ਲੈਫਟ ਤੋਂ ਰਾਈਟ ਅਸੀਂ ਮੁੜ ਜਾਂਦੇ ਹਾਂ ਤਾਂ ਸਾਨੂੰ ਨੌਨ ਮੈਟਲ ਮਿਲਦਾ ਹੈ। ਅਸੀਂ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹੜੀ ਇਲੈਕਟ੍ਰੋ ਪੋਜ਼ਿਟਿਵ ਨੇਚਰ ਹੈ ਉਹ ਘਟਦੀ ਜਾਏਗੀ, ਇਲੈਕਟ੍ਰੋ ਨੈਗੇਟਿਵ ਨੇਚਰ ਜਿਹੜੀ ਹੈ ਵੱਧਦੀ ਜਾਏਗੀ ਜਦੋਂ ਅਸੀਂ ਲੈਫਟ ਤੋਂ ਰਾਈਟ ਮੂਵ ਕਰਾਂਗੇ। ਹੁਣ ਅਸੀਂ ਇਹ ਜਿਹੜੇ ਵੀ ਟ੍ਰੈਂਡਸ ਪੜ੍ਹੇ ਆ, ਹੁਣ ਅਸੀਂ ਇਹਦੀ ਥਿਊਰੀ ਲਿਖ ਲੈਣੀ ਹੈ ਤੇ ਇੱਕ ਵਾਰੀ ਹੋਰ ਰਿਵਾਈਜ਼ ਕਰ ਲੈਣਾ। ਹੁਣ ਅਸੀਂ ਨੋਟਸ ਦੇ ਨਾਲ ਨਾਲ ਅਸੀਂ ਡਿਸਕਸ ਕਰ ਲੈਣਾ ਹੈ ਸਾਰੇ ਟ੍ਰੈਂਡਸ ਨੂੰ ਇੱਕ ਵਾਰੀ ਹੋਰ। ਪਹਿਲਾ ਹੈਗਾ ਵੈਲੈਂਸੀ, ਯਾਨੀ ਕਿ ਨੰਬਰ ਆਫ ਵੈਲੈਂਸ ਇਲੈਕਟ੍ਰੋਨ, ਨੰਬਰ ਆਫ ਇਲੈਕਟ੍ਰੋਨਸ ਇਨ ਦਾ ਆਊਟਰਮੋਸਟ ਸ਼ੈਲ, ਵੈਲੈਂਸ ਸ਼ੈਲਸ। ਤੇ ਜਿਹੜੇ ਵੀ ਐਲੀਮੈਂਟਸ ਇੱਕ ਗਰੁੱਪ 'ਚ ਹੋਣਗੇ ਉਹਨਾਂ ਦੀ ਵੈਲੈਂਸੀ ਸੇਮ ਹੋਏਗੀ, ਜਾਂ ਅਸੀਂ ਕਹਿ ਸਕਦੇ ਹਾਂ ਵੈਲੈਂਸ ਇਲੈਕਟ੍ਰੋਨ ਇੱਕੋ ਜਿਹੇ ਹੋਣਗੇ। ਜੇ ਅਸੀਂ ਪੀਰੀਅਡ ਦੇ ਹਿਸਾਬ ਨਾਲ ਚਲੀਏ ਲੈਫਟ ਟੂ ਰਾਈਟ ਤਾਂ ਵੈਲੈਂਸੀ ਇੰਕਰੀਜ਼ ਹੁੰਦੀ ਜਾਏਗੀ, ਯਾਨੀ ਕਿ ਨੰਬਰ ਆਫ ਇਲੈਕਟ੍ਰੋਨ ਵਧੀ ਜਾਣਗੇ। ਦੱਸ ਸਕਦੇ ਹੋ ਤੁਸੀਂ ਲੀਥੀਅਮ, ਸੋਡੀਅਮ, ਪੋਟਾਸ਼ੀਅਮ ਤੇ ਕਿੰਨੇ ਵੈਲੈਂਸ ਇਲੈਕਟ੍ਰੋਨ ਹਨ, ਸਾਰਿਆਂ ਦੇ ਇੱਕ ਹੀ ਵੈਲੈਂਸ ਇਲੈਕਟ੍ਰੋਨ ਹੈ, ਤਾਂ ਹੀ ਕਰਕੇ ਇਹਨਾਂ ਦੀ ਪ੍ਰੋਪਰਟੀਆਂ ਸੇਮ ਹਨ। ਇਹ ਕਿਉਂ ਕਰਕੇ, ਕਿਉਂਕਿ ਇਹ ਇੱਕ ਹੀ ਗਰੁੱਪ 'ਚ ਹਨ, ਤਾਂ ਹੀ ਕਰਕੇ ਰੱਖੇ ਗਏ ਨੇ ਕਿਉਂਕਿ ਇਹਨਾਂ ਦੀ ਵੈਲੈਂਸੀ ਸੇਮ ਹੈ। ਜੇ ਅਸੀਂ ਪੀਰੀਅਡ 'ਚ ਮੂਵ ਕਰੀਏ ਲੈਫਟ ਟੂ ਰਾਈਟ ਤਾਂ ਇਹਦੀ ਵੈਲੈਂਸੀ ਜੇ ਇੱਕ ਹੈ ਤਾਂ ਅਗਲੇ ਦੀ ਕਿੰਨੀ ਹੋਣੀ ਹੈ, 2। ਇਹਦੀ ਕਿੰਨੀ ਹੋਏਗੀ, ਬੋਰੋਨ ਦੀ 3, ਵੈਲੈਂਸੀ ਕਾਰਬਨ ਦੀ 4, 5, ਦੇਖੋ ਵੱਧ ਰਹੀ ਹੈ ਨਾ। ਆਕਸੀਜਨ ਦੀ 6 ਇਲੈਕਟ੍ਰੋਨ ਹੋਣਗੇ ਤੇ ਫਲੋਰੀਨ ਦੇ 7 ਇਲੈਕਟ੍ਰੋਨ ਹੋਣਗੇ, 3 ਔਨ ਦਾ ਆਕਟੇਟ ਕੰਪਲੀਟ 8। ਇਸ ਤਰ੍ਹਾਂ ਅਸੀਂ ਨਾਰਮਲੀ ਸਮਝ ਸਕਦੇ ਹਾਂ। ਤਾਂ ਅਸੀਂ ਕਹਿ ਸਕਦੇ ਹਾਂ ਗਰੁੱਪ ਦੇ ਹਿਸਾਬ ਨਾਲ ਚਲੀਏ ਵੈਲੈਂਸੀਆਂ ਸੇਮ ਹੋਣਗੀਆਂ, ਪਰ ਜੇ ਪੀਰੀਅਡਸ 'ਚ ਚਲੀਏ ਲੈਫਟ ਟੂ ਰਾਈਟ ਚਲੀਏ ਤਾਂ ਵੈਲੈਂਸੀ ਵੱਧਦੀ ਜਾਣੀ ਹੈ। ਤਾਂ ਇਹ ਟ੍ਰੈਂਡ ਸਾਨੂੰ ਪਤਾ ਹੋਣਾ ਚਾਹੀਦਾ। ਪੀਰੀਓਡਿਕ ਟੇਬਲ 'ਚ ਵੇਖਿਆ ਤਾਂ ਸਾਨੂੰ ਦੱਸੇ ਕੋਈ ਗਰੁੱਪ ਤਾਂ ਅਸੀਂ ਕਹਿਣਾ ਇਹਨਾਂ ਦੇ ਵੈਲੈਂਸ ਇਲੈਕਟ੍ਰੋਨ ਸੇਮ ਹੋਣਗੇ। ਜੇ ਪੀਰੀਅਡ 'ਚ ਮੂਵ ਕਰਾਵੇ ਲੈਫਟ ਟੂ ਰਾਈਟ ਤਾਂ ਅਸੀਂ ਕਹਿਣਾ ਇਹਦੇ ਇਲੈਕਟ੍ਰੋਨ ਜਿਹੜੇ ਹੈਗੇ ਵੈਲੈਂਸ ਸ਼ੈਲ ਦੇ ਇਲੈਕਟ੍ਰੋਨ ਜਿਹੜੇ ਹੈਗੇ ਆ ਉਹ ਵਧਨੇ ਹਨ ਜੇ ਅਸੀਂ ਲੈਫਟ ਟੂ ਰਾਈਟ ਜਾਈਏ। ਇਹ ਸਾਡੀ ਪਹਿਲਾ ਟ੍ਰੈਂਡ ਡਿਸਕਸ ਹੋ ਗਿਆ।
ਜਿਹੜਾ ਦੂਜਾ ਟ੍ਰੈਂਡ ਹੈ ਉਹ ਹੈ ਐਟੋਮਿਕ ਸਾਈਜ਼। ਸਾਈਜ਼ ਦਾ ਮਤਲਬ ਕੀ ਹੋਇਆ ਬਈ, ਹੁਣ ਐਟਮ ਅਸੀਂ ਮੰਨਦੇ ਹਾਂ ਇੱਕ ਸਰਕੂਲਰ ਜਿਹਾ, ਇੱਕ ਸਫੈਰੀਕਲ ਜਿਹਾ ਆਬਜੈਕਟ ਅਸੀਂ ਸਿੰਪਲਿਸਿਟੀ ਵਾਸਤੇ ਸਮਝਿਆ ਹੋਇਆ ਹੈ, ਤੇ ਜੇ ਉਹਦੇ ਸੈਂਟਰ ਤੋਂ ਅਸੀਂ ਸਭ ਤੋਂ ਬਾਹਰ ਆਊਟਰ ਮੋਸਟ ਸ਼ੈਲ ਜਾਂ ਵੈਲੈਂਸ ਸ਼ੈਲ ਤੋਂ ਇੱਕ ਰੇਡੀਅਸ ਕੱਢੀਏ ਤਾਂ ਉਸ ਡਿਸਟੈਂਸ ਨੂੰ ਅਸੀਂ ਕਵਾਂਗੇ ਐਟੋਮਿਕ ਸਾਈਜ਼, ਯਾਨੀ ਕਿ ਰੇਡੀਅਸ ਦੀ ਹੀ ਗੱਲ ਕਰ ਰਹੇ ਹਾਂ। ਮੰਨ ਲਓ ਇਹ ਮੇਰਾ ਨਿਊਕਲੀਅਸ ਹੈ, ਇਸ ਐਟਮ 'ਚ 2 ਸ਼ੈਲ ਹਨ, ਤਾਂ ਇਹ ਜਿਹੜਾ ਰੇਡੀਅਸ ਹੈ, ਰੇਡੀਅਸ ਹੈ ਨਾ, ਰੇਡੀਅਸ ਵੱਡਾ ਹੋਏਗਾ, ਮੈਂ ਕਹਾਂਗਾ ਐਟੋਮਿਕ ਸਾਈਜ਼ ਵੀ ਵੱਧ ਗਿਆ। ਤਾਂ ਅਸੀਂ ਸਿੱਧਾ ਕਹਿ ਸਕਦੇ ਹਾਂ ਕਿਸ ਤੇ ਡਿਪੈਂਡ ਕਰੇਗਾ, ਨਿਊਕਲੀਅਸ ਤੇ ਆਊਟਰ ਮੋਸਟ ਸ਼ੈਲ ਦੇ ਡਿਸਟੈਂਸ ਵਿੱਚ ਕਿੰਨਾ ਡਿਸਟੈਂਸ ਹੈ ਜਾਂ ਕਿੰਨਾ ਰੇਡੀਅਸ ਹੈ। ਹੁਣ ਅਸੀਂ ਇਹਦਾ ਟ੍ਰੈਂਡ ਵੇਖਦੇ ਹਾਂ ਪੀਰੀਓਡਿਕ ਟੇਬਲ 'ਚ ਕਿੱਦਾਂ ਹੁੰਦਾ ਹੈ। ਪਹਿਲੇ ਅਸੀਂ ਮੂਵ ਕਰਾਂਗੇ ਗਰੁੱਪ 'ਚ, ਯਾਨੀ ਕਿ ਉੱਪਰੋਂ ਥੱਲੇ ਜਾਂਦੇ ਹਾਂ। If we move down the group, the atomic size will increase। ਕਿਉਂ ਕਰਕੇ? ਕਿਉਂਕਿ ਨਵੇਂ ਸ਼ੈਲ ਐਡ ਹੋਈ ਜਾਣੇ ਹਨ, ਨਵਾਂ ਸ਼ੈਲ ਬਣ ਜਾਏਗਾ। ਹੁਣ ਮੈਂ ਦੇਖੋ ਇੱਥੇ ਰੇਡੀਅਸ ਬਣਾਇਆ ਹੈ, ਇੱਥੇ ਮੈਂ ਇੱਕ ਹੋਰ ਸ਼ੈਲ ਪਾ ਦੇਵਾਂ, ਰੇਡੀਅਸ ਵੱਧ ਜਾਣਾ ਹੈ, ਵੱਡਾ ਸਾਈਜ਼ ਹੋ ਜਾਣਾ ਹੈ ਐਟਮ ਦਾ, ਉਸ ਹਿਸਾਬ ਨਾਲ ਹੁੰਦਾ ਹੈ। ਅਸੀਂ ਸਮਝਣ ਵਾਸਤੇ ਇੱਥੇ ਲੀਥੀਅਮ ਲਿਆ ਹੋਇਆ ਹੈ, ਸੋਡੀਅਮ ਤੇ ਪੋਟਾਸ਼ੀਅਮ। ਇਹ ਸਭ ਤੋਂ ਪਹਿਲਾ ਗਰੁੱਪ ਹੈ ਸਾਡਾ, ਐਲਕਲੀ ਗਰੁੱਪ ਕਹਿੰਦੇ ਨੇ ਇਹਨੂੰ। ਹੁਣ ਇਹਨਾਂ ਦੇ ਇੱਥੇ ਮੈਂ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਬਣਾਉਣ ਦੀ ਅਸੀਂ ਟਰਾਈ ਕਰਾਂਗੇ। ਦੇਖੋ ਇਹਦੇ 3 ਐਟੋਮਿਕ ਨੰਬਰ ਹੈ, ਯਾਨੀ ਕਿ ਇਲੈਕਟ੍ਰੋਨ ਹੋਏਗਾ K ਸ਼ੈਲ 'ਚ, ਪਹਿਲਾ ਸ਼ੈਲ ਹੁੰਦਾ ਹੈ K, ਉਹਦੇ 'ਚ 2 ਤੇ ਇੱਕ ਵੈਲੈਂਸੀ ਰਹਿ ਜਾਏਗੀ 1, ਠੀਕ ਹੈ ਨਾ। ਤਾਂ ਕਿੰਨੇ ਸ਼ੈਲ ਹੋਏ? L ਸ਼ੈਲ। ਤਾਂ ਇਹਦਾ ਜਿਹੜਾ ਆਊਟਰ ਮੋਸਟ ਸ਼ੈਲ ਦਾ ਰੇਡੀਅਸ ਇੰਨਾ ਹੋਇਆ, ਠੀਕ ਹੈ ਨਾ, ਐਟੋਮਿਕ ਸਾਈਜ਼ ਇੰਨਾ ਹੋਇਆ। ਹੁਣ ਅਸੀਂ ਚੱਲਦੇ ਹਾਂ ਸੋਡੀਅਮ ਵੱਲ। ਸੋਡੀਅਮ ਕੋਲ ਹੁੰਦੇ ਹਨ 11 ਇਲੈਕਟ੍ਰੋਨ, ਤਾਂ ਅਸੀਂ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਪਾਈਏ, 2 ਇੱਥੇ ਹੋ ਜਾਣੇ, ਉਹਦੇ ਬਾਅਦ 8 ਜਿਹੜਾ ਹੋਏਗਾ L ਸ਼ੈਲ ਲੈ ਲਵੇਗਾ ਜਾਂ ਸੈਕੰਡ ਸ਼ੈਲ ਲੈ ਲਵੇਗਾ। 1 2 3 4 5 6 7 8 10 ਟੋਟਲ ਹੋ ਗਏ, ਇੱਕ ਵੈਲੈਂਸ ਇਲੈਕਟ੍ਰੋਨ। ਬਟ ਇਸ ਇਲੈਕਟ੍ਰੋਨ ਨੇ ਇੱਕ ਖਾਸ ਗੱਲ ਕੀ ਕਰਦੇ ਨੇ, ਇੱਕ ਸ਼ੈਲ ਲਾਣਾ ਪੈਣਾ ਨਾ ਇਹਦੇ ਵਾਸਤੇ, ਨਵਾਂ ਸ਼ੈਲ ਐਡ ਹੋ ਗਿਆ। ਇਹ ਜਿਹੜਾ ਸ਼ੈਲ ਹੈ ਦੇਖੋ ਨਵਾਂ ਐਡ ਹੋ ਗਿਆ ਨਾ, ਜਦੋਂ ਅਸੀਂ ਗਰੁੱਪ 'ਚ ਉੱਪਰੋਂ ਥੱਲੇ ਜਾ ਰਹੇ ਹਾਂ। ਦਿਸ ਇਜ਼ ਅ ਨਿਊ ਸ਼ੈਲ, ਸਾਨੂੰ ਐਡ ਕਰਨਾ ਹੀ ਪੈਣਾ ਕਿਉਂਕਿ ਸਾਨੂੰ ਇਹ ਇਲੈਕਟ੍ਰੋਨ ਐਡਜਸਟ ਕਰਨਾ ਹੈ, ਤਾਂ ਕਰਕੇ ਅਸੀਂ ਨਵਾਂ ਸ਼ੈਲ ਬਣਾ ਰਹੇ ਹਾਂ। ਬਟ ਇਹਦੇ ਕਰਕੇ ਕੀ ਹੋ ਜਾਏਗਾ, ਰੇਡੀਅਸ ਦੇਖੋ ਵੱਡਾ ਹੋ ਰਿਹਾ, ਐਟਮ ਦਾ ਸਾਈਜ਼ ਜਿਹੜਾ ਹੈ ਵੱਡਾ ਹੋ ਰਿਹਾ ਹੈ। ਹੁਣ ਹੋਮਵਰਕ ਵਾਸਤੇ ਪੋਟਾਸ਼ੀਅਮ ਦਾ ਪਾ ਕੇ ਵੇਖੋ, ਇਹ ਤਾਂ ਉਸ ਤੋਂ ਵੀ ਵੱਡਾ ਹੋ ਜਾਣਾ, ਕਿਉਂਕਿ ਇਹਦੇ ਵਾਸਤੇ ਨਿਊ ਸ਼ੈਲ ਕਿਹੜਾ ਹੋਣਾ, N ਲਾਣਾ ਪੈਣਾ ਸਾਨੂੰ। ਪੋਟਾਸ਼ੀਅਮ ਦਾ ਐਟੋਮਿਕ ਨੰਬਰ ਹੁੰਦਾ ਹੈ 19, ਠੀਕ ਹੈ, ਮਿਸ ਕਰਤਾ ਮੈਂ ਇੱਥੇ 19, ਤੁਸੀਂ ਬਣਾ ਕੇ ਦੇਖੋ, ਉਹ N ਸ਼ੈਲ ਤੱਕ ਜਾਏਗਾ। ਤਾਂ ਅਸੀਂ ਦੇਖਦੇ ਹਾਂ ਜਦੋਂ ਵੀ ਅਸੀਂ ਗਰੁੱਪ 'ਚ ਮੂਵ ਕਰ ਰਹੇ ਹਾਂ, ਸ਼ੈਲ ਸਾਨੂੰ ਐਡ ਕਰਨੇ ਪੈ ਰਹੇ ਨੇ, ਤਾਂ ਕਰਕੇ ਐਟਮ ਦਾ ਸਾਈਜ਼ ਜਿਹੜਾ ਹੋਏਗਾ, ਐਲੀਮੈਂਟ ਦਾ ਸਾਈਜ਼ ਜਿਹੜਾ ਹੋਏਗਾ ਐਟਮ ਦਾ, ਉਹ ਵਧੇਗਾ। ਤਾਂ ਇੱਕ ਟ੍ਰੈਂਡ ਵੇਖਿਆ, ਇਹ ਦੇਖਿਆ ਗਰੁੱਪ 'ਚ। ਹੁਣ ਵੇਖਾਂਗੇ ਜੇ ਅਸੀਂ ਮੂਵ ਕਰੀਏ ਪੀਰੀਅਡ 'ਚ ਲੈਫਟ ਟੂ ਰਾਈਟ, ਤਾਂ ਕੀ ਹੁੰਦਾ ਹੈ, ਐਟਮ ਸਾਈਜ਼ ਵੱਧਦੇ ਹਨ ਜਾਂ ਘਟਦੇ ਹਨ। ਜੇ ਅਸੀਂ ਲੈਫਟ ਟੂ ਰਾਈਟ ਮੂਵ ਕਰੀਏ ਤਾਂ ਐਟਮ ਦਾ ਸਾਈਜ਼ ਹੈ ਜਿਹੜਾ ਘਟਦਾ ਹੈ। ਇਹ ਕਿਉਂ? ਪਹਿਲੀ ਗੱਲ ਤਾਂ ਕੋਈ ਨਵਾਂ ਸ਼ੈਲ ਐਡ ਨਹੀਂ ਹੁੰਦਾ ਪੀਰੀਅਡ 'ਚ, ਕਿਉਂਕਿ ਇਲੈਕਟ੍ਰੋਨ ਜਿਹੜੇ ਹੈਗੇ ਆ ਉਹ ਸੇਮ ਸ਼ੈਲ 'ਚ ਹੀ ਐਡ ਹੋ ਰਹੇ ਹਨ। ਬਟ ਕਿਆ ਚੀਜ਼ ਇੰਕਰੀਜ਼ ਹੋ ਰਹੀ ਹੈ, ਪ੍ਰੋਟੋਨ, ਨੰਬਰ ਆਫ ਪ੍ਰੋਟੋਨ ਵਧੀ ਜਾ ਰਹੇ ਨੇ। ਹੁਣ ਸ਼ੈਲ ਤਾਂ ਨਵਾਂ ਪੈ ਨਹੀਂ ਰਿਹਾ, ਉਸੇ ਸ਼ੈਲ 'ਚ ਇਲੈਕਟ੍ਰੋਨ ਹਨ ਤੇ ਪ੍ਰੋਟੋਨ ਸੈਂਟਰ ਨਿਊਕਲੀਅਸ 'ਚ ਵਧੀ ਜਾ ਰਹੇ ਨੇ। ਤਾਂ ਇਹਨਾਂ ਨੇ ਕੀ ਕਰਨਾ ਹੈ, ਜਿਹੜੇ ਇਲੈਕਟ੍ਰੋਨ ਜਿਹੜੇ ਕੋਲ ਹੀ ਸ਼ੈਲ 'ਚ ਪਏ ਹੋਏ ਹਨ ਉਹਨਾਂ ਨੂੰ ਖਿੱਚਣਾ ਜਾਂ ਪੁੱਲ ਕਰਨਾ ਸ਼ੁਰੂ ਕਰ ਦੇਣਾ ਹੈ। ਤਾਂ ਐਟਮ ਦਾ ਸਾਈਜ਼ ਛੋਟਾ ਸਾਨੂੰ ਹੁੰਦਾ ਦਿਖਾਈ ਦੇਗਾ। ਜਿੱਦਾਂ ਅਸੀਂ ਇੱਥੇ ਲੀਥੀਅਮ, ਬਰੀਲੀਅਮ, ਬੋਰੋਨ, ਕਾਰਬਨ ਪਾਇਆ ਹੋਇਆ ਹੈ, ਅਸੀਂ ਵੇਖ ਰਹੇ ਹਾਂ ਕਿ ਸਾਈਜ਼ ਜਿਹੜਾ ਹੈਗਾ ਐਟਮ ਦਾ ਘਟੀ ਜਾ ਰਿਹਾ ਹੈ। ਕਿਉਂ ਕਰਕੇ? ਸ਼ੈਲ ਕਿਹੜੇ ਯੂਜ਼ ਹੋਏ। ਸੈਕੰਡ ਪੀਰੀਅਡ 'ਚ ਲੀਥੀਅਮ ਨੂੰ ਵੇਖੀਏ ਤਾਂ ਇੱਥੇ ਆ ਜਾਣੇ 2 ਇਲੈਕਟ੍ਰੋਨ ਤੇ ਇੱਕ ਤੀਜਾ ਏ। ਬਟ ਬਰੀਲੀਅਮ 'ਚ ਕਿੰਨੇ ਹੋਣੇ, 4 ਹੋਣੇ ਐਟੋਮਿਕ ਨੰਬਰ, 2 ਇੱਥੇ ਆ ਜਾਣੇ 2। ਕੀ ਅਸੀਂ ਨਵਾਂ ਸ਼ੈਲ ਐਡ ਕੀਤਾ? ਨਹੀਂ, ਸੇਮ ਹੀ ਸ਼ੈਲ, ਯਾਨੀ ਕਿ L ਸ਼ੈਲ ਜਿਹੜਾ ਹੈ ਉਹੀ ਇਸ ਪੀਰੀਅਡ 'ਚ ਰਹਿਣਾ ਹੈ। ਦੇਖੋ ਬੋਰੋਨ ਵਾਸਤੇ ਕੀ ਹੈ, ਇਹ 2 ਤੇ 3 ਇੱਥੇ ਹੋ ਜਾਣੇ, ਸ਼ੈਲ ਸੇਮ ਰਿਹਾ। ਕਾਰਬਨ 'ਚ ਵੀ 6 ਐਟੋਮਿਕ ਨੰਬਰ ਹੈ, ਯਾਨੀ ਕਿ 6 ਇਲੈਕਟ੍ਰੋਨ ਪਾਣੇ ਪੈਣਗੇ, 2 2 4 2 6। ਬਟ ਹੋਇਆ ਕੀ, ਅੰਦਰ ਵੇਖੋ ਇੱਥੇ ਰੈੱਡ ਡਾਟ ਨਾਲ ਕੀ ਲਾਇਆ ਹੋਇਆ ਹੈ, ਨੰਬਰ ਆਫ ਪ੍ਰੋਟੋਨ ਵਧੀ ਜਾ ਰਹੇ। ਇੱਥੇ 3 ਸੀਗੇ, ਇੱਥੇ 4 5 6, ਸ਼ੈਲ ਤਾਂ ਵੱਡਾ ਨਹੀਂ ਹੋਇਆ।
ਨਵਾਂ ਸ਼ੈਲ ਤਾਂ ਅਸੀਂ ਐਡ ਨਹੀਂ ਕੀਤਾ, ਬਟ ਨੰਬਰ ਆਫ ਪ੍ਰੋਟੋਨਸ ਵੱਧ ਗਏ, ਤਾਂ ਕਰਕੇ ਇਹਨਾਂ ਨੇ ਇਹਨੂੰ ਖਿੱਚ ਲੈਣਾ ਹੈ ਆਪਣੇ ਕੋਲ, ਨਿਊਕਲੀਅਸ ਨੇ ਪੁੱਲ ਕਰ ਲੈਣਾ ਹੈ ਇਹਨਾਂ ਇਲੈਕਟ੍ਰੋਨਾਂ ਨੂੰ, ਤਾਂ ਕਰਕੇ ਸਾਈਜ਼ ਛੋਟਾ ਹੋ ਜਾਏਗਾ। ਹੁਣ ਜਿਹੜਾ ਥਰਡ ਹੈਗਾ ਸਾਡਾ ਟ੍ਰੈਂਡ, ਉਹ ਹੈ ਮੈਟਲਿਕ ਐਂਡ ਨਾਨ ਮੈਟਲਿਕ ਪ੍ਰੋਪਰਟੀਜ਼। ਜਿਹੜਾ ਐਲੀਮੈਂਟ ਹੈ ਉਹ ਜ਼ਿਆਦਾ ਮੈਟਲਿਕ ਹੈ ਜਾਂ ਨਾਨ ਮੈਟਲਿਕ ਹੈ, ਜਾਂ ਮੈਟਲ ਹੈ ਜਾਂ ਨਾਨ ਮੈਟਲ ਹੈ, ਉਹ ਕਿੱਦਾਂ ਦੀ ਪ੍ਰੋਪਰਟੀ ਦਿਖਾਏਗਾ, ਉਹ ਕਿੱਦਾਂ ਦੱਸ ਸਕਦੇ ਹੋ ਤੁਸੀਂ ਪੀਰੀਓਡਿਕ ਟੇਬਲ ਵੇਖ ਕੇ। ਅਸੀਂ ਇਹ ਜ਼ਿਗਜ਼ੈਗ ਲਾਈਨ ਯਾਦ ਕੀਤੀ ਸੀ, ਹੈ ਨਾ। ਔਰ ਇਸ ਲਾਈਨ ਦਾ ਹਿਸਾਬ ਕੀ ਹੈ, ਇੱਥੇ ਜਿਹੜੇ ਐਲੀਮੈਂਟਸ ਹੁੰਦੇ ਆ ਉਹ ਦੋਨਾਂ ਦੀ ਪ੍ਰੋਪਰਟੀ ਜਾਂ ਸੈਮੀ ਮੈਟਲ ਟਾਈਪ ਹੁੰਦੇ ਹਨ। ਕਿਆ ਤੁਸੀਂ ਦੱਸ ਸਕਦੇ ਹੋ ਕੌਣ ਕੌਣ ਹਨ? ਇੰਨੇ ਹੈਗੇ ਆ, ਅਸੀਂ ਯਾਦ ਕਰਨੇ ਜਿਹੜੇ ਹੈਗੇ ਆ ਉਹ ਇੰਨੇ ਹੈਗੇ ਆ, ਪਰ ਇਹਨਾਂ ਦੇ ਕਿਆ ਤੁਸੀਂ ਨਾਂ ਦੱਸ ਸਕਦੇ ਹੋ ਕਿਹੜੇ ਕਿਹੜੇ ਹੈਗੇ? ਸਟਾਰਟਿੰਗ ਹੋਏਗੀ ਜੀ ਬੋਰੋਨ ਤੋਂ, ਫਿਰ ਆ ਜਾਏਗਾ ਸਿਲੀਕॉन। सिलिकॉन ਤਾਂ ਸਾਨੂੰ ਯਾਦ ਆ ਜਾਣਾ ਏਕਾ सिलिकॉन ਸੀਗੀ, यानी कि SIGE जर्मेनियम आ गया, ठीक है। फिर आ जाएगा जहर, आर्सेनिक होता है जहर, आर्सेनिक भी असी याद कर सकते हैं। फिर आ जाएगा टेलीरियम एंड थले आ जाएगा पोलोनियम, TePO। ये सारे की हैगे आ मैटलॉइड्स या सैमी मैटल्स हैगे आ। हुण इस लाइन दे ते इन्हां एलीमेंट्स नूं छड्ड के जे असी इधरले पासे वेखांगे राइट साइड की पाणगे असी कि सानू मिलते हैं नॉन मैटल, नॉन मैटलिक प्रॉपर्टी सानू मिलेगी। तो इस लाइन दे इस बाउंड्री दे इस पासे या लैफ्ट साइड ज़्यादातर हाइड्रोजन नूं छड्ड के सानू की मिलता पिया है, सारे मिलते पे ने मैटल्स। तो ये असी देख सकते हैं। दूजी चीज़ असी एक होर कीती सी, मैटल जिहड़े होंदे हन वो इलैक्ट्रॉन रेडली दे दिंदे हन, ते जिहड़े नॉन मैटल हन वो रेडली इलैक्ट्रॉन लेना चाहते हैं, या लैफ्ट साइड जिहड़ी होएगी, लैफ्ट साइड मोर इलैक्ट्रो पॉजिटिव होएगी, ते राइट साइड जिहड़ी होएगी मोर इलैक्ट्रो नेगेटिव वाले पासे जाएगी। जे असी कंपेयर करना होए तां, यानी कि देखो याद किद्दां करना है, इलैक्ट्रो पॉजिटिव नेगेटिव का मतलब की है, दो एलीमेंट्स दे देवां, एक सोडियम जिहड़ा मैटल हैगा ते एक क्लोरीन। क्लोरीन की है नॉन मैटल, बाउंड्री लाइन दे तां नूं आंदा है, इस पासे आंदा है, तां करके देखो बोरोन आना, उसके बाद कार्बन, नाइट्रोजन, है ना। फिर क्या आएगा फ्लोरीन, थल्ले आ जाएगा क्लोरीन। इत्थे देखो सोडियम है, ये मैटल है, ये लैफ्ट च पैंदा है, ये पॉजिटिव बनने नूं तैयार रहता है, ये नैगेटिव बनने नूं तैयार रहता है, तां करके इनू कहते हैं असी ये ज़्यादा इलैक्ट्रॉन नैगेटिव है, इलैक्ट्रॉन लेना चाहता है। ये की है इलैक्ट्रॉन पॉजिटिव ज़्यादा, ये पॉजिटिव होना चाहता है, अपना इलैक्ट्रॉन देना चाहता है। हुण जांदी वारी ये वीडियो खत्म करन तो पहला असी थोड़ी जे एलीमेंट्स लैणे हन, तां ये वेखना है रिएक्टिविटी सीरीज़ जिहड़ी कीती सी उहदे बारे भी इत्थे कुछ कह सकते हाँ कि नहीं। मैं जिहड़ा एग्जाम्पल लेना है वो लेना है साडा कना का मजाल हुंदा है ना, असी कंपेयर करना है ये दो पेयर नूं। हुण देखो पोटाशियम जिहड़ा हैगा ज़्यादा रिएक्टिव है, उस तो घट सोडियम है, इहदी पोजीशन अगर पीरियोडिक टेबल 'च वेखीए तां सानू पता है लीथियम आंदा है, फिर सोडियम आंदा है, ते फिर आंदा है साडा पोटाशियम। यानी कि थल्ले जांदे होए सानू मोर रिएक्टिव एलीमेंट मिल रहे हैं, मोर रिएक्टिव एलीमेंट्स। ये क्यों करके हो रहा है, थोड़ा सोचते हैं। हुण इत्थे देखो मैग्नीशियम ते एल्यूमीनियम, देखिए पीरियोडिक टेबल च किद्दां हन। मैग्नीशियम ते एल्यूमीनियम नूं वेखीए तां मैग्नीशियम इत्थे है ते एल्यूमीनियम इत्थे है, यानी कि मैग्नीशियम जिहड़ा आंदा है वो सैकंड ग्रुप च आंदा है, ते 13th ग्रुप च साडा या थर्ड ग्रुप ले लो सिंपलिसिटी वास्ते, उत्थे आंदा एल्यूमीनियम। तां ये ज़्यादा रिएक्टिव है, यानी कि इत्थे रिएक्टिविटी घट रही है। जो मैटैलिक प्रॉपर्टी वेखीए तां इदां दी इलैक्ट्रॉन देण दी क्षमता जिहड़ी है वो घटदी पई है। ये क्यों हो रहा है? जदों असी लैफ्ट टू राइट जांदे हां किसी भी पीरियोडिक टेबल च तां की हुंदा है, एटम का साइज छोटा हो जाता है, इलैक्ट्रॉन उहदे कोल आ जाते हैं, उन्होंने पुल कर लेंदा है, तां करके वो ज़्यादा शक्ति नाल उन्होंने खिंचेगा, तां करके इलैक्ट्रॉन देण दी क्षमता
ਘੱਟ ਹੋ ਜਾਏਗੀ। ਤਾਂ ਹੀ ਕਰਕੇ ਮੈਗਨੀਸ਼ੀਅਮ ਜ਼ਿਆਦਾ ਰਿਐਕਟਿਵ ਹੈ ਐਲੂਮੀਨੋਸ ਤੋਂ ਘੱਟ। ਬਟ ਇੱਥੇ ਕੀ ਕਹਾਣੀ ਹੁੰਦੀ ਪਈ ਹੈ, ਪੋਟਾਸ਼ੀਅਮ ਕਿਉਂ ਜ਼ਿਆਦਾ ਹੈ? ਦੇਖੋ ਇੱਥੇ ਵੀ ਸਾਈਜ਼ ਹੀ ਵੇਖਣਾ ਹੈ। ਜਦੋਂ ਅਸੀਂ ਥੱਲੇ ਨੂੰ ਜਾਵਾਂਗੇ ਸਾਈਜ਼ ਵਧੇਗਾ ਕਿ ਘਟੇਗਾ? ਇਹਦਾ ਬਿਗਰ ਸਾਈਜ਼ ਹੈ ਜੀ, ਕਿਉਂਕਿ ਨਵਾਂ ਸ਼ੈਲ ਐਡ ਹੋ ਰਿਹਾ, ਤੇ ਇਹਦਾ ਛੋਟਾ ਸਾਈਜ਼ ਹੈ, ਸਮੋਲਰ ਸਾਈਜ਼। ਅਸੀਂ ਕੰਪੇਅਰ ਕਰ ਰਹੇ ਹਾਂ, ਸਮੋਲਰ ਸਾਈਜ਼ ਮੈਂ ਕਹਿ ਰਿਹਾ ਪੋਟਾਸ਼ੀਅਮ ਦੇ ਕੰਪੈਰੀਜ਼ਨ ਨਾਲ। ਤਾਂ ਇਹ ਵੱਡਾ ਸਾਈਜ਼ ਹੋ ਕੇ ਕੀ ਹੋਏਗਾ? ਜਦੋਂ ਕੋਈ ਚੀਜ਼ ਵੱਡਾ ਸਾਈਜ਼ ਹੋਇਆ, ਸਪੋਜ਼ ਕਰ ਲਓ ਮੈਂ ਤੁਹਾਨੂੰ ਇੱਥੇ ਪੋਜ਼ਿਟਿਵ ਚਾਰਜ ਲਾਇਆ ਹੋਇਆ ਹੈ ਤੇ ਤੁਹਾਨੂੰ ਇਹ ਦੋ ਐਟਮ ਦੇਣਾ ਹਾਂ, ਠੀਕ ਹੈ, ਇੱਥੇ ਇਲੈਕਟ੍ਰੋਨ ਹੈ, ਇੱਥੇ ਇਲੈਕਟ੍ਰੋਨ ਹੈ। ਹੁਣ ਦੱਸੋ ਤੁਹਾਨੂੰ ਜੇ ਇਲੈਕਟ੍ਰੋਨ ਇੱਥੋਂ ਕੱਢਣਾ ਹੋਏ, ਮਿਹਨਤ ਜ਼ਿਆਦਾ ਕਿੱਥੇ ਹੋਣੀ ਹੈ, ਇੱਧਰ ਕਿ ਇੱਧਰ? ਦੋਨੋਂ ਪੋਜ਼ਿਟਿਵ ਚਾਰਜ ਸੇਮ ਹਨ ਤੇ ਨੈਗੇਟਿਵ ਚਾਰਜ ਸੇਮ ਹਨ। ਇੱਥੇ ਜ਼ਿਆਦਾ ਮਿਹਨਤ ਕਰਨੀ ਪਏਗੀ, ਕਿਉਂਕਿ ਜਿਹੜਾ ਇਲੈਕਟ੍ਰੋਨ ਹੈ ਉਹ ਬਹੁਤ ਕਲੋਜ਼ ਹੈ, ਉਹਨੇ ਬੜੀ ਫੋਰਸ ਨਾਲ ਉਹਨੂੰ ਖਿੱਚ ਕੇ ਰੱਖਿਆ ਹੋਣਾ। ਬਟ ਇੱਥੇ ਤਾਂ ਨੈਗੇਟਿਵ ਚਾਰਜ ਕਾਫੀ ਦੂਰ ਹੈ। ਤਾਂ ਇਹ ਕੰਪੈਰੀਜ਼ਨ ਕਰੀਏ, ਈਜ਼ੀ ਟੂ ਰਿਮੂਵ ਇਲੈਕਟ੍ਰੋਨ, ਰਾਈਟ। ਇੱਥੇ ਕੰਪੇਅਰ ਕਰੀਏ ਤਾਂ ਡਿਫਿਕਲਟ ਟੂ ਰਿਮੂਵ ਇਲੈਕਟ੍ਰੋਨ। ਔਰ ਮੈਂ ਇਹ ਕੀ ਬਣਾਇਆ ਹੈ? ਲਾਸਟ ਸ਼ੈਲ ਹੀ ਬਣਾਏ ਹਨ। ਕਿਹਦੇ? ਇਹ ਹੈ ਤੁਹਾਡਾ, ਇਹ ਹੈ ਤੁਹਾਡਾ ਪੋਟਾਸ਼ੀਅਮ, ਇਹ ਹੈ ਤੁਹਾਡਾ ਸੋਡੀਅਮ। ਲਾਸਟ ਸ਼ੈਲ ਬਣਾਇਆ, ਵਿਚਕਾਰਲੇ ਨਹੀਂ ਬਣਾਏ। ਪਰ ਸਮਝ ਜਾਓ ਪੋਟਾਸ਼ੀਅਮ ਦਾ ਸਾਈਜ਼ ਵੱਡਾ ਹੋਏਗਾ, ਇਲੈਕਟ੍ਰੋਨ ਜਿਹੜਾ ਹੋਏਗਾ ਬੜਾ ਦੂਰ ਚਲ ਜਾਏਗਾ ਲਾਸਟ ਸ਼ੈਲ ਵਾਲਾ, ਤਾਂ ਕਰਕੇ ਇਹਦਾ ਨਿਊਕਲੀਅਸ ਦੀ ਤਾਕਤ ਨਹੀਂ ਰਹੇਗੀ ਕਿ ਉਹਨੂੰ ਜ਼ਿਆਦਾ ਸ਼ਕਤੀ ਨਾਲ ਆਪਣੇ ਕੋਲ ਖਿੱਚ ਸਕੇ। ਤਾਂ ਕਰਕੇ ਇਲੈਕਟ੍ਰੋਨ ਜਿਹੜਾ ਹੋਏਗਾ ਉਹ ਈਜ਼ੀਲੀ ਕੱਢਿਆ ਜਾ ਸਕਦਾ ਹੈ। ਇਹਦਾ ਮਤਲਬ ਉਹ ਰੈਡੀਲੀ ਆਪਣਾ ਇਲੈਕਟ੍ਰੋਨ ਦੇ ਦੇਗਾ, ਆਰਾਮ ਨਾਲ ਦੇ ਦੇਗਾ। ਇੱਥੇ ਮੁਸ਼ਕਿਲ ਹੈ। ਤਾਂ ਕੰਪੇਅਰ ਕੀਤਾ ਤਾਂ ਪੋਟਾਸ਼ੀਅਮ ਜ਼ਿਆਦਾ ਨਿਕਲਿਆ, ਤਾਂ ਹੀ ਤੁਹਾਡੀ ਜਿਹੜੀ ਸੀਰੀਜ਼ ਹੈ ਇੱਦਾਂ ਚਲਦੀ ਪਈ ਹੈ। ਦੇਖੋ ਪੋਟਾਸ਼ੀਅਮ, ਸੋਡੀਅਮ ਆਂਦਾ ਪਿਆ ਹੈ, ਮੈਗਨੀਸ਼ੀਅਮ ਆਂਦਾ ਪਿਆ ਹੈ, ਐਲੂਮੀਨੀਅਮ ਆਂਦਾ ਪਿਆ ਹੈ। ਇਹ ਵੀ ਜੋੜਾ ਯਾਦ ਕਰ ਲਿਆ। ਗਰੁੱਪ ਦੇ ਸਾਈਜ਼, ਐਟੋਮਿਕ ਸਾਈਜ਼ ਨਾਲ ਆਨਸਰ ਮਿਲ ਗਿਆ। MgAl ਵੀ ਐਟੋਮਿਕ ਸਾਈਜ਼ ਦੇ ਹਿਸਾਬ ਨਾਲ ਪਤਾ ਲੱਗ ਗਿਆ। ਜੇ ਸਾਨੂੰ ਟ੍ਰੈਂਡ ਪਤਾ ਹੋਵੇ ਐਟੋਮਿਕ ਸਾਈਜ਼ ਦਾ, ਹੁਣ ਤੁਸੀਂ ਇਸ ਸੀਰੀਜ਼ ਦਾ ਆਨਸਰ ਦੇ ਸਕਦੇ ਹੋ। ਥੈਂਕ ਯੂ।